ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤ ਕਲਾਸ ਵਿੱਚ। ਅੱਜ ਤੋਂ ਅਸੀਂ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਸਿੱਧ ਗੋਸ਼ਟ ਇਹ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੇ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 938 ਤੇ ਅੰਕਿਤ ਹੈ। ਰਾਮਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ। ਸਿੱਧ ਗੋਸ਼ਟ ਦਾ ਮਤਲਬ ਹੈ ਸਿੱਧਾਂ ਦੇ ਨਾਲ ਗੋਸ਼ਟੀ। ਗੋਸ਼ਟ ਦਾ ਮਤਲਬ ਹੁੰਦਾ ਹੈ ਵਿਚਾਰ ਚਰਚਾ। ਸਿੱਧਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਹੋਏ ਨੇ ਤੇ ਇਹ ਸਿੱਧ ਗੋਸ਼ਟ ਜਿਹੜੀ ਬਾਣੀ ਹੈ ਇਹ ਵਿਚਾਰ ਕਿੱਥੇ ਹੋਈ ਇਹਦੇ ਬਾਰੇ ਵਿਦਵਾਨਾਂ ਦੇ ਅੰਦਰ ਥੋੜੇ ਜਿਹੇ ਮਤਭੇਦ ਨੇ। ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਦੇ ਨਾਲ ਅਚਲ ਬਟਾਲੇ ਦੇ ਵਿੱਚ ਵੀ ਜਿਹੜੀ ਹੈ ਵਿਚਾਰ ਹੋਈ ਹੈ। ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਪੌੜੀ 39 ਔਰ 44 ਇੱਥੇ ਪੜਿਆ ਜਾ ਸਕਦਾ ਹੈ। ਤੇ ਪੁਰਾਤਨ ਜਨਮ ਸਾਖੀ ਅਨੁਸਾਰ ਗੋਰ ਖੱਟੜੀ ਵਿੱਚ ਵੀ ਦੋਵੇਂ ਥਾਈਂ ਵਿਚਾਰ ਹੋਈ ਦੱਸੀ ਜਾਂਦੀ ਹੈ। ਤਾਂ ਮਤਲਬ ਇਹਦਾ ਇਹ ਹੈ ਕਿ ਸਿੱਧ ਗੋਸ਼ਟ ਦਾ ਕਿ ਸਿੱਧਾਂ ਦੇ ਨਾਲ ਜੋ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਹੈ, ਵਿਚਾਰ ਹੈ ਜੋ ਉਹਨਾਂ ਸਿੱਖ ਪ੍ਰਤੀ ਪਿੱਛੋਂ ਗੁਰਦੇਵ ਪਾਤਸ਼ਾਹ ਨੇ ਬਚਨ ਕਰਕੇ ਸਰਵਣ ਕਰਾਈ ਹੈ। ਤਾਂ ਉਸ ਵਿਚਾਰ ਨੂੰ ਜੋ ਸਵਾਲ ਜਵਾਬ ਸਿੱਧਾਂ ਦੇ ਨਾਲ ਹੋਏ ਨੇ ਉਹਨੂੰ ਸਿੱਧ ਗੋਸ਼ਟ ਪਾਵਨ ਬਾਣੀ ਦੇ ਸਿਰਲੇਖ ਹੇਠ ਅੰਕਿਤ ਕੀਤਾ ਗਿਆ ਹੈ। ਇਸ ਪਾਵਨ ਬਾਣੀ ਦੇ ਅੰਦਰ ਜੋ ਰਹਾਉ ਦੀ ਪੰਕਤੀ ਹੈ ਉਸ ਪੰਕਤੀ ਦੇ ਅੰਦਰ ਇਹ ਸਾਰੀ ਜਿਹੜੀ ਹੈ ਬਾਣੀ ਉਸ ਦਾ ਤਤਸਾਰ ਵਿਚਾਰ। ਜੋ ਇਸ ਪਾਵਨ ਬਾਣੀ ਦੀ ਰਹਾਉ ਦੀ ਪੰਕਤੀ ਹੈ ਉਹ ਹੈ ਕਿਆ ਭਵੀਐ ਸੱਚ ਸੂਚਾ ਹੋਏ। ਕਿਆ ਭਵੀਐ ਦਾ ਮਤਲਬ ਭਟਕਣ ਦੇ ਨਾਲ ਕਿ ਜੇ ਆਉਂਦੇ ਫਿਰੀਏ ਤਾਂ ਤੀਰਥਾਂ ਤੇ ਜਾਂ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਪਾਉਣ ਦਾ ਕੋਈ ਲਾਭ ਨਹੀਂ ਹੈ। ਪਾਉਣ ਦਾ ਮਤਲਬ ਫਿਰਨ ਦਾ, ਕਿਤੇ ਫਿਰੀ ਜਾਓ ਜਾਂ ਸੰਸਾਰ ਨੂੰ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਫਿਰੀ ਜਾਓ, ਪਹਾੜਾਂ ਤੇ ਫਿਰੀ ਜਾਓ, ਉਹਦਾ ਕੋਈ ਲਾਭ ਨਹੀਂ ਹੈ। ਕਿਆ ਭਵੀਏ ਦਾ ਮਤਲਬ ਕੀ ਲਾਭ ਹੈ। ਸੱਚ ਸੂਚਾ ਹੋਏ ਇੱਥੇ ਹੁਣ ਸੱਚ ਦੇ ਚੱਚੇ ਦੇ ਨਾਲ ਹੈ ਸਿਹਾਰੀ, ਜਿਸ ਦਾ ਮਤਲਬ ਸੱਚ ਰਾਹੀਂ, ਸੱਚ ਦੇ ਜ਼ਰੀਏ। ਸੂਚਾ ਹੋਏ ਦਾ ਮਤਲਬ ਮਨੁੱਖ ਪਵਿੱਤਰ ਹੋ ਜਾਂਦਾ ਹੈ। ਸੱਚ ਵਿੱਚ ਜੁੜਿਆ ਮਨੁੱਖ ਪਵਿੱਤਰ ਹੁੰਦਾ ਹੈ, ਤੀਰਥਾਂ ਤੇ ਨਹਾਉਣ ਦੇ ਨਾਲ ਜਾਂ ਦੁਨੀਆ ਦੇ ਅੰਦਰ ਫਿਰਨ ਦੇ ਨਾਲ ਨਹੀਂ। ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਇੱਥੇ ਸ਼ਬਦ ਦਾ ਮਤਲਬ ਹੈ ਗਿਆਨ। ਸ਼ਬਦ ਜੋ ਸੱਸਾ ਬੱਬਾ ਸ਼ਬਦ ਹੈ ਇਹਦੇ ਬਹੁਤ ਸਾਰੇ ਅਰਥ ਨੇ ਜੋ ਮੈਂ ਕਿਵ ਸਚਿਆਰਾ ਗਰੁੱਪ ਦੇ ਅੰਦਰ ਪਾ ਦਿਆਂਗਾ, ਉੱਥੋਂ ਆਪ ਫਿਰ ਇਹਨਾਂ ਨੂੰ ਸਾਰੇ ਅਰਥਾਂ ਨੂੰ ਪੜ੍ਹ ਸਕਦੇ ਹੋ। ਇੱਥੇ ਸ਼ਬਦ ਦਾ ਮਤਲਬ ਹੈ ਗਿਆਨ। ਸਾਚ ਸ਼ਬਦ ਬਿਨ ਕਿ ਜਦੋਂ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ, ਅਸਲੀਅਤ ਦਾ ਗਿਆਨ ਨਹੀਂ ਹੁੰਦਾ, ਮੁਕਤ ਨਾ ਕੋਏ, ਕੋਈ ਵੀ ਮੁਕਤ ਨਹੀਂ, ਮੁਕਤੀ ਹਾਸਲ ਨਹੀਂ ਕਰ ਸਕਦਾ ਬਿਨਾਂ ਸੱਚੇ ਗਿਆਨ ਤੋਂ। ਬਿਨਾਂ ਗਿਆਨ ਤੋਂ ਅਗਿਆਨਤਾ ਵਸ ਜੰਗਲਾਂ ਅੰਦਰ ਫਿਰਨ ਦਾ ਕੋਈ ਲਾਭ ਨਹੀਂ ਹੈ। ਇਹ ਇਸ ਪਾਵਨ ਬਾਣੀ ਦਾ ਜਿਹੜਾ ਹੈ ਕੇਂਦਰੀ ਭਾਵ ਹੈ ਤੇ ਸਾਰੀ ਪਾਵਨ ਬਾਣੀ ਦੇ ਅੰਦਰ ਇਸ ਚੀਜ਼ ਨੂੰ ਹੀ ਮੁੱਖ ਰੱਖਿਆ ਗਿਆ ਹੈ। ਸਿੱਧਾਂ ਨੇ ਬਹੁਤ ਸਾਰੇ ਸਵਾਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਕੀਤੇ ਹਨ ਔਰ ਉਹਨਾਂ ਸਵਾਲਾਂ ਦੇ ਉੱਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਠਰਮੇ ਦੇ ਨਾਲ ਦਿੱਤੇ ਨੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੋ ਸਿੱਧ ਗੋਸ਼ਟ ਪਾਵਨ ਬਾਣੀ ਹੈ ਇਹਨੂੰ ਅਸੀਂ ਕੰਪੈਰੀਜ਼ਨ ਸਟੱਡੀ ਵੀ ਕਹਿ ਸਕਦੇ ਹਾਂ। ਯੋਗ ਮਤ, ਹੋਰ ਮਤ ਜਿਹੜੇ ਨੇ ਉਹਨਾਂ ਦੀ ਔਰ ਜੋ ਗੁਰਮਤ ਦੀ ਹੈ ਕਿ ਯੋਗੀਆਂ ਦਾ ਮੰਨਣਾ ਕੀ ਹੈ ਔਰ ਗੁਰਮਤ ਦਾ ਮੰਨਣਾ ਕੀ ਹੈ। ਤਾਂ ਗੁਰੂ ਨਾਨਕ ਜੀ ਨੇ ਆਪਣੇ ਵਿਚਾਰ ਉਹਨਾਂ ਯੋਗੀਆਂ ਦੇ ਸਾਹਮਣੇ ਰੱਖੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਹਿਮਤ ਹੋਏ ਔਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਰਗ ਨੂੰ ਅਪਣਾਇਆ। ਤਾਂ ਆਓ ਵਿਚਾਰ ਆਰੰਭ ਕਰੀਏ। ਰਾਮਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ। ਸਿੱਧ ਗੋਸ਼ਟ ਦਾ ਮਤਲਬ ਹੈ ਸਿੱਧਾਂ ਦੇ ਨਾਲ ਹੋਈ ਵਿਚਾਰ ਚਰਚਾ। ਵੈਸੇ ਇਸ ਦਾ ਅਰਥ ਕਈ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਸਿੱਧ ਦਾ ਮਤਲਬ ਰੱਬ, ਗੋਸ਼ਟ ਦਾ ਮਤਲਬ ਮਿਲਾਪ ਕਿ ਰੱਬ ਦੇ ਨਾਲ ਮਿਲਾਪ। ਪਰ ਇਸ ਦਾ ਅਰਥ ਜਿਹੜਾ ਹੈ ਰੱਬ ਦੇ ਨਾਲ ਮਿਲਾਪ ਠੀਕ ਨਹੀਂ ਬਣਦਾ। ਸਿੱਧ ਗੋਸ਼ਟ ਦਾ ਜੋ ਅਰਥ ਹੈ ਇਹਦਾ ਮਤਲਬ ਇਹ ਹੈ ਕਿ ਸਿੱਧਾਂ ਦੇ ਨਾਲ ਹੋਈ ਵਿਚਾਰ ਚਰਚਾ। ਇੱਕ ਓੰਕਾਰ ਸਤ ਗੁਰ ਪ੍ਰਸਾਦ।
ਇੱਕ ਓੰਕਾਰ ਦਾ ਮਤਲਬ ਇੱਕ ਸਰਵ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਉਹ ਇੱਕ ਹੈ। ਉਸ ਨੂੰ ਕੋਈ ਰੱਬ, ਕੋਈ ਅੱਲਾਹ ਆਦਿਕ ਨਾਮਾਂ ਦੇ ਨਾਲ ਪੁਕਾਰਦਾ ਹੈ। ਸਤ ਦਾ ਮਤਲਬ ਉਹ ਸदैव ਹੈ, ਕਦੇ ਉਸ ਦਾ ਵਿਨਾਸ਼ ਨਹੀਂ ਹੁੰਦਾ, ਅਬਿਨਾਸ਼ੀ ਹੈ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਰਹਿਮਤ ਰਾਹੀਂ, ਗੁਰੂ ਦੇ ਗਿਆਨ ਰਾਹੀਂ ਉਸ ਇੱਕ ਨੂੰ ਜਾਣਿਆ ਜਾ ਸਕਦਾ ਹੈ, ਇੱਕ ਦੇ ਅੰਦਰ ਸਮਾਇਆ ਜਾ ਸਕਦਾ ਹੈ, ਇੱਕ ਨੂੰ ਸਮਝਿਆ ਜਾ ਸਕਦਾ ਹੈ ਗੁਰੂ ਦੇ ਗਿਆਨ ਰਾਹੀਂ। ਹੁਣ ਅਗਲਾ ਬਚਨ ਕਰਦੇ ਨੇ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਇਸ ਦਾ ਵਿਸ਼ਰਾਮ ਇਸ ਤਰ੍ਹਾਂ ਹੋਏਗਾ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਜੋ ਇਹ ਪਾਵਨ ਪੰਕਤੀ ਹੈ, ਇਹਦੇ ਅਰਥ ਜਿਹੜੇ ਨੇ ਵਿਦਵਾਨ ਪੁਰਸ਼ਾਂ ਨੇ ਅਲੱਗ-ਅਲੱਗ ਕੀਤੇ ਨੇ, ਤੇ ਉਹ ਸਾਰੇ ਅਰਥ ਮੈਂ ਆਪ ਦੇ ਨਾਲ ਥੋੜੇ ਜਿਹੇ ਸਾਂਝੇ ਕਰਨੇ ਚਾਹਾਂਗਾ, ਜਿਸ ਕਰਕੇ ਸਾਨੂੰ ਇਸ ਚੀਜ਼ ਦੀ ਵਿਸਥਾਰ ਦੇ ਨਾਲ ਜਿਹੜੀ ਹੈ ਸਮਝ ਆ ਜਾਏ। ਤਾਂ ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਇਹਦੇ ਅਰਥ ਜੋ ਕੀਤੇ ਨੇ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਜੀ ਤੇ ਹੋਰ ਜਿਹੜੇ ਟੀਕੇ ਨੇ, ਉਹ ਅਰਥ ਕਰਦੇ ਨੇ ਕਿ ਸਿੱਧ ਸਭਾ ਕਰਕੇ ਆਪਣੇ ਆਸਨਾਂ ਤੇ ਬੈਠੇ, ਤਾਂ ਬਾਬੇ ਉਹਨਾਂ ਨੂੰ ਜੈਕਾਰ ਜਾ ਕਹਿਆ, ਤਾਂ ਉਹਨਾਂ ਪੁੱਛਿਆ ਕਿਸ ਦੇ ਅੱਗੇ ਤੁਧ ਆਦੇਸ਼ ਕੀਤੀ ਹੈ, ਤਾਂ ਬਾਬੇ ਕਹਿਆ ਜੋ ਤੁਹਾਡੇ ਵਿੱਚ ਆਤਮ ਸੱਤਾ ਹੈ ਤਿਸ ਨੂੰ ਮੈਂ ਜੈਕਾਰ ਕੀਤਾ ਹੈ। ਇਹ ਅਰਥ ਕੀਤੇ ਨੇ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਵਾਲਿਆਂ ਨੇ। ਦੂਜਾ ਜੋ ਅਰਥ ਹੈ, ਇਹਦੇ ਵਿੱਚ ਗੁਰੂ ਜੀ ਸੁਮੇਰ ਕੇ ਉੱਪਰ ਗਏ, ਉਹਾਂ ਸਭ ਸਿੱਧ ਇਕੱਠੇ ਹੋਏ ਥੇ, ਸਿੱਧ ਸਭਾ ਕਰ ਆਸਣ ਬੈਠੇ, ਤਾਂ ਬਚਨ ਗੁਰੂ ਅਰਜਨ ਦੇਵ ਜੀ ਸਵੈ ਮੁਖ ਤੇ ਉਚਾਰਨ ਕਰਾ। क्या अर्थ है? सिद्ध सभा करके आसनी आपो अपनी बैठे हुए थे। गुरु नानक देव जी ऐसे वचन किया, संत सभा जयकारो, यानी हे संत सभा जय जयकार होवे तुम्हारा। उन्होंने ऐसा वचन सुन के पूछा, जो इतने भीतर ते तुम किसको नमस्कार करी है। संत पास जाइए तो सबके नमस्कार करिए ते पवित्र होईदा है, ते मूल ते गुरचित्र देते हुए क्या भविए सारे आगे मत्था टेकते फिरिए, सारे आगे भवे ते क्या फल होएगा, व्यर्थ ही भावना है। ये अर्थ कीते ने नरोत्तम जी ने। तीजे अर्थ ने श्री गुरु नानक देव जी अपने सिखां संतां दी संगत विच सभा लगाई बैठे सन कि सिद्ध आ गए ते आखण लगे, हे संत सभा आप जो साडी नमस्कार होवे। ਇਹ ਕਹਿੰਦੇ ਹੋਏ ਸਿੱਧ ਆਸਨ ਲਾ ਕੇ ਸਭਾ ਜੋੜ ਕੇ ਬੈਠ ਗਏ। ਗੁਰੂ ਜੀ ਦੱਸਦੇ ਹਨ, ਅਸਾਂ ਤਦ ਆਖਿਆ ਸਾਡੀ ਨਮਸਕਾਰ ਉਸ ਅੱਗੇ ਹੈ ਜੋ ਸੱਚਾ ਸਦਾ ਥਿਰ ਹੈ ਤੇ ਅਪਰ ਅਪਾਰ ਹੈ। ਇਹ ਅਰਥ ਕੀਤੇ ਨੇ ਪੰਜ ਗ੍ਰੰਥੀ ਸਟੀਕ ਭਾਈ ਵੀਰ ਸਿੰਘ ਔਰ ਸ਼ਬਦਾਰਥ। ਇਹ ਅਰਥ ਮੈਂ ਉਹ ਬੋਲ ਕੇ ਸੁਣਾਏ ਨੇ ਆਪ ਜੀ ਨੂੰ। ਤੇ ਚੌਥੇ ਅਰਥ ਕਰ ਰਹੇ ਨੇ ਨਿਹਾਲ ਸਿੰਘ ਜੀ ਸੂਰੀ, ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗਿਆਨੀ ਨਿਹਾਲ ਸਿੰਘ ਜੀ ਸੂਰੀ। ਉਹ ਅਰਥ ਕਰ ਰਹੇ ਨੇ, ਸਤਿਗੁਰ ਆਪਣੇ ਅਕਾਲ ਦੀ ਆਗਿਆ ਦੁਆਰਾ ਚਲਾਏ ਗੁਰਮਤ ਦੀ ਰਸਮ ਅਨੁਸਾਰ ਹਰ ਕੰਮ ਦੇ ਆਰੰਭ ਵਿੱਚ ਪਹਿਲਾਂ ਅਕਾਲ ਦੇ ਹਜ਼ੂਰ ਅਰਦਾਸ ਕਰਨ ਦੀ ਰਸਮ ਅਦਾ ਕਰਦੇ ਹਨ। ਸਿੱਧ ਆਸਨ ਜਮਾ ਕੇ ਸਭਾ ਲਾਈ ਬੈਠੇ ਸਨ, ਪਰ ਸੰਤ ਸਭਾ ਦੀ ਹੀ ਜਿੱਤ ਹੋਵੇ, ਇਹ ਸਾਡੀ ਅਰਦਾਸ ਹੈ ਉਸ ਵਾਹਿਗੁਰੂ ਅੱਗੇ ਜੋ ਸਤ ਸਰੂਪ ਤੇ ਅਪਰ ਅਪਾਰ ਹੈ। ਇਹ ਅਰਥ ਕੀਤੇ ਨੇ ਗਿਆਨੀ ਨਿਹਾਲ ਸਿੰਘ ਜੀ ਸੂਰੀ ਨੇ। ਪੰਜਵਾਂ ਅਰਥ ਗੁਰੂ ਨਾਨਕ ਬਾਣੀ ਪ੍ਰਕਾਸ਼ ਡਾਕਟਰ ਤਾਰਨ ਸਿੰਘ ਜੀ ਕਰ ਰਹੇ ਨੇ ਕਿ ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ਰੱਬੀ ਮਜਲਿਸ ਯਾਨੀ ਸਤਸੰਗ ਬਣਾ ਕੇ ਅਡੋਲ ਬੈਠੇ ਹਨ। ਸਾਡੀ ਅਰਦਾਸ ਉਸ ਸਭਾ ਅੱਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ ਪ੍ਰਤੱਖ ਵਸਦਾ ਹੈ। ਤਾਂ ਇਹ ਜਿਹੜੇ ਅਰਥ ਨੇ ਇਹ ਵਿਦਵਾਨਾਂ ਨੇ ਇਸ ਪੰਕਤੀ ਦੇ ਅਲੱਗ-ਅਲੱਗ ਕੀਤੇ ਨੇ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਹੁਣ ਮੈਂ ਆਪਣੇ ਵੱਲੋਂ ਜੋ ਵਿਚਾਰ ਆਪ ਦੇ ਨਾਲ ਸਾਂਝੀ ਕਰਨੀ ਚਾਹ ਰਿਹਾ ਹਾਂ, ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਸਿੱਧਾਂ ਦੇ ਨਾਲ ਹੋਈ ਹੈ। ਗੁਰੂ ਨਾਨਕ ਦੇਵ ਜੀ ਨੇ ਚਾਰ ਜੋ ਉਦਾਸੀਆਂ ਕੀਤੀਆਂ ਨੇ,
ਇਹਨਾਂ ਉਦਾਸੀਆਂ ਦੇ ਵਿੱਚ ਪੰਡਤ, ਮੁੱਲਾ, ਮੁਲਾਣੇ, ਜੋਗੀ ਔਰ ਇਸ ਤੋਂ ਇਲਾਵਾ ਹੋਰ ਮਤਾਂਤਰਾਂ ਦੇ ਅਨੇਕਾਂ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਆਪਣੇ ਸ਼ੰਕੇ ਵੀ ਰੱਖੇ, ਉਹਨਾਂ ਨੇ ਆਪਣੇ ਸਵਾਲ ਵੀ ਕੀਤੇ, ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨਾਂ ਨੂੰ ਸੁਣਿਆ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਅਨੁਸਾਰ ਉਹ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋਏ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਉਹਨਾਂ ਨੇ ਧਾਰਨ ਕੀਤੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਆਮ ਇਤਿਹਾਸਕਾਰ ਵੀਰਾਂ ਦਾ ਮਤ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਰੀਬ 3 ਕਰੋੜ ਦੇ ਸਿੱਖਾਂ ਦੀ ਗਿਣਤੀ ਸੀ। ਇੰਨੇ ਜਿਹੜੇ ਲੋਕ ਨੇ ਉਹ ਸਿੱਖ ਸਜੇ, ਇਹ ਵਿਦਵਾਨਾਂ ਦਾ ਮਤ ਹੈ। ਤਾਂ ਇੱਥੇ ਜੋ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਹੁਣ ਕੰਪੈਰੀਜ਼ਨ ਸਟੱਡੀ ਹੈ ਦੋਵਾਂ ਮਤਾਂ ਦੀ। ਇੱਕ ਪਾਸੇ ਸਿੱਧ ਨੇ, ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਨੇ, ਯਾਨੀ ਇੱਕ ਪਾਸੇ ਯੋਗ ਮਤ ਹੈ, ਦੂਜੇ ਪਾਸੇ ਸਿੱਖ ਮਤ ਗੁਰੂ ਨਾਨਕ ਦੇਵ ਜੀ ਦਾ ਮਤ ਹੈ। ਤਾਂ ਇਹਨਾਂ ਦੋ ਮਤਾਂ ਦੇ ਅੰਦਰ ਕੀ ਹੈ? ਸਿੱਧ ਸਭਾ ਕਰ ਆਸਣ ਬੈਠੇ। ਸਿੱਧ ਸਭਾ ਦਾ ਮਤਲਬ ਜਿਹੜਾ ਸੰਤਾਂ ਸਿੱਧਾਂ ਦਾ ਇਕੱਠ ਹੈ, ਯੋਗੀਆਂ ਦਾ ਇਕੱਠ ਹੈ। ਉਹਨਾਂ ਦੀ ਵਾਸਤੇ ਇਹ ਕਿਹਾ ਜਾ ਰਿਹਾ ਹੈ ਕਿ ਕਰ ਆਸਣ ਬੈਠੇ, ਉਹ ਆਸਣ ਕਰਕੇ ਬੈਠਦੇ ਨੇ ਜਾਂ ਆਸਣ ਕਰਕੇ ਬੈਠੇ ਹੋਏ ਨੇ ਜਾਂ ਬੈਠਦੇ ਨੇ। ਇਹ ਉਹਨਾਂ ਦਾ ਮਤ ਹੈ ਕਿ ਆਸਣ ਲਾਣਾ, ਪ੍ਰਾਣਾਯਾਮ ਆਦਿਕ ਕਰਨਾ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ ਜਾਂ ਸਮਾਧੀਆਂ ਲਾਣੀਆਂ, ਇਹ ਉਹਨਾਂ ਦਾ ਮਤ ਹੈ। ਸੰਤ ਸਭਾ ਜੈਕਾਰੋ, ਸੰਤ ਦਾ ਮਤਲਬ ਗੁਰੂ, ਸਭਾ ਦਾ ਮਤਲਬ ਜਿਹੜੀ ਸਭਾ ਹੈ ਜਾਂ ਸੰਗਤ ਹੈ, ਜੈਕਾਰੋ ਦਾ ਮਤਲਬ ਜੈ ਜੈਕਾਰ, ਸਿਫਤ ਸਲਾਹ। ਜੋ ਗੁਰੂ ਦੀ ਸਭਾ ਹੈ, ਜੋ ਗੁਰੂ ਦਾ ਮਤ ਹੈ, ਉਹ ਆਸਣ ਲਾਉਣ ਦਾ ਨਹੀਂ ਹੈ, ਉਹ ਹੈ ਜੈ ਜੈਕਾਰ ਦਾ। ਜੈਕਾਰ ਦਾ ਮਤਲਬ ਸਿਫਤ ਸਲਾਹ ਕਰਨ ਦਾ, ਸਿਫਤ ਸਲਾਹ ਕਰਨ ਦਾ। ਤਾਂ ਇਥੋਂ ਦੋ ਮਤ ਦੱਸੇ ਜਾ ਰਹੇ ਨੇ ਕਿ ਜੋ ਯੋਗੀ ਨੇ ਉਹਨਾਂ ਦਾ ਜੋ ਮਤ ਹੈ ਉਹ ਆਸਣ ਤੇ ਬਹਿਣਾ, ਧਿਆਨ ਆਦਿਕ ਲਗਾਣਾ, ਇਹ ਉਹਨਾਂ ਦਾ ਮਤ ਹੈ। ਸੰਤ ਸਭਾ ਜੈਕਾਰੋ, ਜੋ ਗੁਰੂ ਦੀ ਸਭਾ ਹੈ, ਜੋ ਗੁਰੂ ਦਾ ਮਤ ਹੈ, ਉਹ ਹੈ ਜੈਕਾਰੋ ਦਾ ਮਤਲਬ ਸਿਫਤ ਸਲਾਹ ਕਰਨੀ, ਰੱਬੀ ਹੁਕਮ ਦੇ ਅੰਦਰ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਇਹ ਚੀਜ਼ ਜਿਹੜੀ ਹੈ ਇਹ ਸਾਰੇ ਅੱਗੇ ਸਿੱਧ ਗੋਸ਼ਟ ਦੇ ਅੰਦਰ ਆਪ ਦੇ ਸਾਹਮਣੇ ਆਂਦੀ ਚਲੀ ਜਾਏਗੀ। ਅਗਲਾ ਬਚਨ ਕਰਦੇ ਨੇ, ਤਿਸ ਆਗੈ, ਇੱਥੇ ਵਿਸਰਾਮ ਲਗਾਵਾਂਗੇ, ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਤਿਸ ਆਗੈ ਦਾ ਮਤਲਬ ਉਸ ਦੇ ਅੱਗੇ। ਰਹਿਰਾਸ ਦਾ ਮਤਲਬ ਇੱਥੇ ਹੈ ਅਰਦਾਸ ਜਾਂ ਨਮਸਕਾਰ। ਰਹਿਰਾਸ ਦਾ ਮਤਲਬ ਰੋ ਰੀਤ ਵੀ ਹੁੰਦਾ ਹੈ, ਰਾਸ ਪੂੰਜੀ ਵੀ ਹੁੰਦਾ ਹੈ। ਇੱਥੇ ਰਹਿਰਾਸ ਦਾ ਭਾਵ ਹੈ ਅਰਦਾਸ ਜਾਂ ਨਮਸਕਾਰ। ਸਾਡੀ ਉਸ ਅੱਗੇ ਨਮਸਕਾਰ ਹੈ, ਸਾਚਾ ਅਪਰ ਅਪਾਰੋ, ਜੋ ਸੱਚਾ ਹੈ ਔਰ ਪਾਰ ਤੋਂ ਰਹਿਤ ਹੈ। ਮੇਰੀ ਪ੍ਰਣਾਮ, ਮੇਰੀ ਨਮਸਕਾਰ ਉਹਦੇ ਮੂਹਰੇ ਹੈ ਜੋ ਸੱਚਾ, ਬੇਅੰਤ ਔਰ ਪਰਮ ਹੈ, ਅਪਰ ਅਪਾਰ ਹੈ। ਉਸ ਪ੍ਰਭੂ ਦੇ ਅੱਗੇ ਮੈਂ ਨਮਸਕਾਰ ਕਰਦਾ ਹਾਂ। ਹੁਣ ਗੁਰੂ ਨਾਨਕ ਦੇਵ ਜੀ ਦਾ ਜੋ ਮਤ ਹੈ ਇਥੋਂ ਸਪਸ਼ਟ ਹੋ ਰਿਹਾ ਹੈ ਕਿ ਉਹ ਰੱਬ ਦੇ ਅੱਗੇ ਨਮਸਕਾਰ ਕਰ ਰਹੇ ਨੇ। ਰੱਬ ਅੱਗੇ ਨਮਸਕਾਰ ਕਰਨ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਤੁਰਨਾ, ਰੱਬੀ ਹੁਕਮ ਦੇ ਅੱਗੇ ਸ਼ੀਸ਼ ਝੁਕਾਣਾ ਔਰ ਉਸ ਪ੍ਰਭੂ ਦੀ ਵਡਿਆਈ ਸਿਫਤ ਸਲਾਹ ਕਰਨੀ, ਜੋ ਸदैवी ਸੱਚ ਹੈ, ਜੋ ਪਾਰ ਤੋਂ ਪਰੇ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਮਾਧੀਆਂ ਲਾ ਕੇ, ਜਿਸ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ, ਜੋ ਪਾਰ ਤੋਂ ਪਰੇ ਹੈ, ਜੋ ਸदैव ਹੈ, ਉਹਦੇ ਅੱਗੇ ਨਮਸਕਾਰ ਕਰਨੀ ਹੈ, ਉਹਦੇ ਹੁਕਮ ਦੇ ਅੰਦਰ ਤੁਰਨਾ ਹੈ। ਨਮਸਕਾਰ ਕਰਨ ਦਾ ਮਤਲਬ ਹੀ ਹੁਕਮ ਦੇ ਅੱਗੇ ਤੇ ਚੱਲਣਾ ਹੁੰਦਾ ਹੈ। ਜਿਵੇਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਆ ਨਾ, ਤਾਂ ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਪ੍ਰੋਮਿਸ ਕਰ ਰਹੇ ਹਾਂ, ਵਾਅਦਾ ਕਰ ਰਹੇ ਹਾਂ ਕਿ हे ਸਤਿਗੁਰੂ ਜੀ, ਆਪ ਜੀ ਦੀ ਪਾਵਨ ਬਾਣੀ ਨੂੰ ਸਿਰ ਮੱਥੇ ਮੰਨਾਂਗੇ, ਅਸੀਂ ਆਪ ਦੇ ਹੁਕਮ ਦੇ ਅੰਦਰ ਤੁਰਾਂਗੇ, ਆਪ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਵਾਂਗੇ। ਇਹ ਸਾਡੀ ਪ੍ਰੋਮਿਸ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਉਸ ਰੱਬ ਅੱਗੇ ਨਮਸਕਾਰ ਕਰਦਾ ਹਾਂ, ਉਹਦੀ ਰਜ਼ਾ ਔਰ ਭਾਣੇ ਦੇ ਅੰਦਰ ਤੁਰਦਾ ਹਾਂ, ਜੋ ਸੱਚਾ ਹੈ, ਜੋ ਸदैव ਹੈ, ਜੋ ਅਪਰੰਪਾਰ ਹੈ। ਤਾਂ ਇਹਦਾ ਮਤਲਬ
इत्थों गुरु नानक देव जी की विचारधारा बिल्कुल वक्री हो रही है कि समाधियां लाने दे नाल हुक्म नूं रजा भाणे नूं बदलिया नहीं जा सकता। जे कोई समाधियां ला भी लए तां ओहदे नाल असीं हुक्म रजा नूं नहीं बदल सकते। कि जे कोई समाधियां ला के ते अपनी जमीन दे अंदर किकर बीजे ते उत्थे समाधि ला के बैठा रहे, दिन रात समाधि लाई रखे और जमीन नूं ये कहे कि तू अंगूर पैदा करी, तां समाधियां लाण दे नाल जमीन ने अंगूर पैदा नहीं करने। इसलिए रब दी रजा दे अंदर तुरना है। समाधियां कदे भी हुक्म नूं नहीं बदल सकदियां। इत्थों गुरु नानक देव जी दी मत जिहड़ा है योग मत दे नालों बिल्कुल वखरा है। मस्तक काट धरी तिस आगे, तन मन आगे देऊं। मस्तक काट धरी तिस आगे, मैं अपना शीश कट के उस प्रभु दे चरना अगे रख दिया। तन मन आगे देऊं दा मतलब तन और मन मैं भेटा कर दिया। मैं अपना शीश वड के उहदे मूहरे रखदा हां। अपना तन और अपना मन प्रभु दे अगे भेट करदा। हुण अखरी अर्थ तां यही बनणगे कि मस्तक काट धरी तिस आगे, इनू धरी नहीं पढ़ना, धरी बिंदी ला के पढ़ना है, देव नहीं पढ़ना, बिंदी लगा के देव पढ़ना है, क्योंकि ये फर्स्ट पर्सन की गल हो रही है। मस्तक काट धरी, धरी दा मतलब मैं धरा, मैं उहदे प्रभु दे अगे अपना शीश वड के रखदा हां। तन और मन अगे उहदे देंदा हां। मैं दी गल यानी फर्स्ट पर्सन की गल हो रही है। हुण अखरी अर्थ तां इहने शीश वड के उहदे अगे रखना, लेकिन ऐसा हो नहीं ना सकेगा कि मैं अपना सिर वड के रख दियां ते किहदे अगे रखां, क्योंकि रब ते सर्व व्यापक है। तां इत्थे शीश कट के रखण दा मतलब है अपनी होमे दा त्याग कर देना, अपनी मत नूं छड्ड के रब्बी रजा दे विच तुरन दा मतलब है शीश भेट कर देना। तन मन आगे देउं दा मतलब कि मैं तन और मन ओहदे अगे भेट करदा हां। ਇਹਦਾ ਭਾਵ ਅਰਥ ਇਹ ਹੈ ਕਿ ਮੈਂ ਮਨ ਵੀ ਰੱਬ ਨੂੰ ਭੇਟ ਕਰਦਾ ਹਾਂ, ਯਾਨੀ ਮੈਂ ਮਨ ਕਰਕੇ ਰੱਬ ਦੇ ਹੁਕਮ ਨੂੰ ਮੰਨਦਾ ਹਾਂ। ਮੈਂ ਮਨ ਕਰਕੇ ਰੱਬੀ ਗੁਣਾਂ ਦਾ ਧਾਰਨੀ ਹਾਂ। ਮੇਰੀ ਮਾਨਸਿਕਤਾ, ਮੇਰੀ ਸੋਚ ਦੇ ਅੰਦਰ ਵੀ ਰੱਬੀ ਗੁਣ ਨੇ। ਤੇ ਤਨ ਅੱਗੇ ਦੇਣ ਦਾ ਮਤਲਬ ਹੈ ਕਿ ਮੈਂ ਤਨ ਕਰਕੇ ਵੀ ਰੱਬੀ ਹੁਕਮ ਅਨੁਸਾਰ ਹੀ ਜ਼ਿੰਦਗੀ ਜੀ ਰਿਹਾ ਹਾਂ। ਦੋ ਗੱਲਾਂ ਨੇ, ਮੇਰੇ ਮਨ ਦੇ ਅੰਦਰ ਤਾਂ ਹੋਵੇ कि मैं सच्चे राह ते चलना है, लेकिन तन करके मैं चोरियां करा। मेरे मन दे अंदर विचार होवे कि मैनू प्रेम नाल रहना चाहिए, लेकिन जबान दे नाल मैं भैड़ी जबान बोला तां बात नहीं ना बनेगी। दूजी गल है कि मन करके मैं माड़ा हुआ ते तन करके मैं चंगे लफज बोलदा रहां, वो भी गल नहीं बननी। तां इसलिए तन और मन दी एक सुरता है। मन दे अंदर भी सच और तन करके भी सच्चे कर्म करने ने। तां इहदा भाव इस सारी पंक्ति दा इह होएगा कि मैं अपने मन दी मत, अपने मन दा हंकार त्यागदा हां, अपना आपा मैं प्रभु दे अगे समर्पित करदा हां और तन और मन करके मैं रब्बी हुक्म अनुसार जिंदगी जींदा हां। अगला वचन, नानक संत मिले सच पाइए, सहज पाए जस लेओ। नानक ते रुक जाना है। नानक संत मिले, इत्थे विश्राम लगाना है। सच पाइए, इत्थे विश्राम लगावांगे। सहज पाए जस लेओ। तां इस पावन पंक्ति दे विश्राम इस तरह होणगे, नानक संत मिले सच पाइए, सहज पाए जस लेओ। इत्थे संत दा मीनिंग है गुरु। संत का मीनिंग गुरु है। हुण देखो, जदों संत का मतलब समझ आ गया कि संत का मतलब गुरु, तो अगली पंक्ति ऑटोमैटिकली स्पष्ट हो जाएगी। नानक संत मिले, गुरु जी कहते ने जे गुरु मिल पवे, सच पाइए तां सच पा लईदा है। सच बारे समझ आ जाती है, जिंदगी की असलीयत नूं जान लईदा है, संसार की असलीयत नूं जान लईदा है जेकर सच मिल जाए। सच नूं जान लईदा है जे गुरु मिल पवे।
ਤੇ ਗੁਰੂ ਨੇ ਸਾਨੂੰ ਕੀ ਦੇਣਾ ਹੈ? ਗਿਆਨ। ਗੁਰੂ ਦੇ ਗਿਆਨ ਰਾਹੀਂ ਸਾਨੂੰ ਸੱਚ ਦੀ ਸਮਝ ਆਏਗੀ ਕਿ ਸੱਚ ਕੀ ਹੈ, ਔਰ ਜਿਸ ਨੂੰ ਸੱਚ ਦੀ ਸਮਝ ਆਏਗੀ ਉਹ ਇਨਸਾਨ ਫਿਰ ਸੱਚੀ ਜ਼ਿੰਦਗੀ ਜੀਵੇਗਾ, ਤੇ ਜੋ ਸੱਚੀ ਜ਼ਿੰਦਗੀ ਜੀਵੇਗਾ ਉਹ ਸਚਿਆਰ ਹੋਏਗਾ, ਤੇ ਜਿਹੜਾ ਸਚਿਆਰ ਹੋ ਜਾਏਗਾ ਉਹ ਰੱਬ ਦੇ ਅੰਦਰ ਸਮਾ ਜਾਏਗਾ, ਉਹ ਰੱਬ ਦਾ ਹੀ ਰੂਪ ਹੋ ਜਾਏਗਾ, ਕਿਉਂਕਿ ਰੱਬ ਨੂੰ ਵੀ ਗੁਰਦੇਵ ਨੇ ਪਾਵਨ ਬਾਣੀ ਵਿੱਚ ਸਚਿਆਰ ਆਖਿਆ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਤਾਂ ਸੱਚ ਦੇ ਅੰਦਰ ਮਿਲਣ ਵਾਸਤੇ ਸਾਨੂੰ ਕੀ ਚਾਹੀਦਾ ਹੈ? ਗੁਰੂ, ਗੁਰੂ ਦਾ ਗਿਆਨ। ਗੁਰੂ ਪਾਸੋਂ ਗਿਆਨ ਦੀ ਦਾਤ ਮਿਲੇਗੀ ਤਾਂ ਅਸੀਂ ਸੱਚ ਪਾ ਸਕਾਂਗੇ, ਸਮਾਧੀਆਂ ਦੇ ਨਾਲ ਨਹੀਂ। ਕਿਉਂਕਿ ਯੋਗੀ ਸਮਾਧੀਆਂ ਲਗਾ ਰਹੇ ਨੇ, ਸਾਡੇ ਨਾਲੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਜ਼ਿਆਦੀਆਂ ਸਮਾਧੀਆਂ। ਅਸੀਂ ਕੀ ਕਰਾਂਗੇ? 5-10 ਮਿੰਟ ਬਹਿ ਜਾਾਂਗੇ ਮੈਡੀਟੇਸ਼ਨ ਕਰਨ ਵਾਸਤੇ, ਪਰ ਉਹ ਤੇ ਮਾਸਟਰ ਸਨ ਇਹਨਾਂ ਚੀਜ਼ਾਂ ਦੇ, ਜਿਹੜੇ ਹਿਮਾਲੇ ਤੇ ਸੁਮੇਰ ਪਰਬਤ ਦੇ ਉੱਤੇ ਚੜ ਕੇ ਤੇ ਉੱਥੇ ਸਮਾਧੀਆਂ ਲਾ ਰਹੇ ਨੇ, ਜੰਗਲਾਂ ਵਿੱਚ ਲਗਾ ਰਹੇ ਨੇ, ਗੁਫਾਵਾਂ ਵਿੱਚ ਲਗਾ ਰਹੇ ਨੇ, ਜਿਨ੍ਹਾਂ ਦਾ ਕੰਮ ਹੀ ਹੋਰ ਕੋਈ ਨਹੀਂ। ਪਰ ਗੁਰੂ ਜੀ ਕਹਿੰਦੇ ਨੇ ਸਮਾਧੀਆਂ ਲਾਉਣ ਦੇ ਨਾਲ ਸੱਚ ਨਹੀਂ ਮਿਲਦਾ, ਜੰਗਲਾਂ ਵਿੱਚ ਮਿਲਣ ਦੇ ਭਰਮਣ ਦੇ ਨਾਲ ਸੱਚ ਨਹੀਂ ਮਿਲਦਾ, ਕਰਮ ਕਾਂਡ ਕਰਨ ਦੇ ਨਾਲ ਸੱਚ ਨਹੀਂ ਮਿਲਦਾ, ਤੀਰਥਾਂ ਤੇ ਨਹਾਉਣ ਦੇ ਨਾਲ ਬੰਦਾ ਸੱਚ ਨੂੰ ਪ੍ਰਾਪਤ ਨਹੀਂ ਹੁੰਦਾ। ਗੁਰੂ ਦੇ ਗਿਆਨ ਰਾਹੀਂ ਸੱਚ ਮਿਲੇਗਾ। ਨਾਨਕ ਸੰਤ ਮਿਲੈ ਸੱਚ ਪਾਈਐ। ਗੁਰੂ ਦੇ ਮਿਲਾਪ ਦੇ ਨਾਲ ਸਾਨੂੰ ਸੱਚ ਮਿਲਦਾ ਹੈ। ਤੇ ਇਹ ਗੱਲ ਯਾਦ ਰੱਖਣੀ ਹੈ, ਇੱਥੇ ਸੰਤ ਦਾ ਮਤਲਬ ਕੋਈ ਬਾਬਾ ਨਹੀਂ ਹੈ, ਇੱਥੇ ਸੰਤ ਦਾ ਮਤਲਬ ਹੈ ਗੁਰੂ। ਕਿਉਂਕਿ ਆਮ ਕਰਕੇ ਅਸੀਂ ਭਟਕ ਜਾਂਦੇ ਹਾਂ ਕਿ ਗੁਰਬਾਣੀ ਵਿੱਚ ਤਾਂ ਗੁਰੂ ਜੀ ਸੰਤ ਕਹਿ ਰਹੇ ਨੇ, ਇਸ ਕਰਕੇ ਅਸੀਂ ਸੰਤਾਂ ਦੇ ਡੇਰਿਆਂ ਵੱਲ ਤੁਰ ਪੈਂਦੇ ਹਾਂ। ਸਾਨੂੰ ਇਮੋਸ਼ਨਲ ਬਲੈਕਮੇਲ ਕਰ ਲਿਆ ਜਾਂਦਾ ਹੈ, ਜਾਂ ਅਸੀਂ ਖੁਦ ਭਟਕਣਾ ਵਿੱਚ ਪੈ ਜਾਂਦੇ ਹਾਂ। ਇੱਥੇ ਕਿਸੇ ਡੇਰੇਦਾਰ ਸੰਤ ਬਾਬੇ ਦੀ ਗੱਲ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਇਹੋ ਜਿਹੇ ਸੰਤ ਤੇ ਡੇਰੇਦਾਰ ਹੈ ਹੀ ਨਹੀਂ ਸਨ। ਤੇ ਦੂਜੀ ਗੱਲ, ਜਿਹੜੇ ਉਹ ਆਪਣੇ ਆਪ ਨੂੰ ਵੱਡਾ ਸਮਝਦੇ ਸਨ, ਉਹਨਾਂ ਵਾਸਤੇ ਤਾਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤਾਂ ਸੰਤ ਦਾ ਮਤਲਬ ਗੁਰੂ, ਜਦੋਂ ਗੁਰੂ ਮਿਲਦਾ ਹੈ ਤਾਂ ਸੱਚ ਪਾ ਲਈਦਾ ਹੈ। ਸਹਿਜ ਭਾਏ ਜਸ ਲਿਓ, ਸਹਿਜ ਦਾ ਮਤਲਬ ਆਤਮਕ ਅਡੋਲਤਾ, ਭਾਏ ਦਾ ਮਤਲਬ ਪ੍ਰੇਮ, ਜਸ ਦਾ ਮਤਲਬ ਯਸ਼ ਸ਼ੋਭਾ, ਲਿਓ ਦਾ ਮਤਲਬ ਮੈਂ ਪ੍ਰਾਪਤ ਕਰਦਾ ਹਾਂ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਆਤਮਕ ਅਡੋਲਤਾ ਮਿਲਦੀ ਹੈ। ਆਤਮਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸੁਰਤਾ। ਭਾਏ ਦਾ ਮਤਲਬ ਪ੍ਰੇਮ, ਪਿਆਰ ਪੈਦਾ ਹੁੰਦਾ ਹੈ, ਪ੍ਰੇਮ ਦੀ ਸਮਝ ਆਉਂਦੀ ਹੈ, ਰੱਬ ਦੇ ਨਾਲ ਪ੍ਰੀਤ ਬਣਦੀ ਹੈ। ਗੁਰੂ ਦੇ ਗਿਆਨ ਰਾਹੀਂ ਸਾਨੂੰ ਸੱਚੀ ਔਰ ਝੂਠੀ ਪ੍ਰੀਤ ਦੀ ਸਮਝ ਆਉਂਦੀ ਹੈ, ਕਿਉਂਕਿ ਪ੍ਰੇਮ ਔਰ ਪ੍ਰੀਤ ਝੂਠੀ ਵੀ ਹੋ ਸਕਦੀ ਹੈ ਨਾ। ਜਗਤ में ਝੂਠੀ ਦੇਖੀ ਪ੍ਰੀਤ, ਸੱਚੀ ਪ੍ਰੀਤ ਔਰ ਝੂਠੀ ਪ੍ਰੀਤ ਕੀ ਹੈ, ਇਹਦੀ ਸਮਝ ਵੀ ਸਾਨੂੰ ਗੁਰੂ ਦੇ ਗਿਆਨ ਰਾਹੀਂ ਆਏਗੀ। ਨਹੀਂ ਤਾਂ ਅਸੀਂ ਦੇਖਦੇ ਹਾਂ ਇਸ ਦੁਨੀਆ ਵਿੱਚ ਚੌਗਿਰਦੇ ਕਿ ਕਿੰਨਾ ਲੋਕਾਂ ਦਾ ਆਪਸੀ ਪ੍ਰੇਮ ਹੁੰਦਾ ਹੈ, ਲੇਕਿਨ ਕੁਝ ਸਮੇਂ ਬਾਅਦ ਉਹ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਹੁੰਦੇ ਨੇ। ਹੁਣ ਜੇ ਸੱਚਾ ਪ੍ਰੇਮ ਹੁੰਦਾ ਤੇ ਦੁਸ਼ਮਣੀ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਸੱਚੀ ਪ੍ਰੀਤ ਤੇ ਕਦੀ ਟੁੱਟਦੀ ਨਹੀਂ। ਇਸ ਲਈ ਪ੍ਰੇਮ ਕੀ ਹੈ, ਇਹ ਸਾਨੂੰ ਗਿਆਨ ਰਾਹੀਂ ਪ੍ਰਾਪਤ ਸਮਝ ਆਏਗੀ ਨਾ। ਯਸ਼ ਜਿਹੜਾ ਹੈ ਸ਼ੋਭਾ ਹੈ, ਸਿਫਤ ਹੈ, ਜਾਂ ਇੱਜ਼ਤ ਮਾਨ ਸਤਕਾਰ ਹੈ। ਤਾਂ ਇੱਜ਼ਤ ਮਾਨ ਸਤਕਾਰ ਕਿਹਨਾਂ ਨੂੰ ਮਿਲਦਾ ਹੈ? ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗਿਆਨ ਹੈ, ਜੋ ਪਿਆਰ ਦੇ ਨਾਲ ਜ਼ਿੰਦਗੀ ਜੀਂਦੇ ਨੇ, ਜੋ ਚੰਗੇ ਕਰਮ ਕਰਦੇ ਨੇ, ਉਹਨਾਂ ਨੂੰ ਹੀ ਮਾਨ ਆਦਰ ਸਤਕਾਰ ਮਿਲੇਗਾ ਨਾ। ਸੱਚੇ ਇਨਸਾਨਾਂ ਨੂੰ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਗੁਰੂ ਮਿਲਦਾ ਹੈ ਉਦੋਂ ਬੰਦੇ ਨੂੰ ਅਸਲੀਅਤ ਦੀ ਸਮਝ ਆਉਂਦੀ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਤਮਕ ਅਡੋਲਤਾ, ਪ੍ਰੇਮ ਔਰ ਸਤਕਾਰ ਹਾਸਲ ਕਰਦਾ ਹਾਂ। ਤਾਂ ਸਾਨੂੰ ਇਥੋਂ
ਕੀ ਜੀਵਨ ਵਾਸਤੇ ਕੀ ਜਾਚ ਮਿਲ ਰਹੀ ਹੈ ਕਿ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਹੈ। ਗੁਰੂ ਗਿਆਨ ਰਾਹੀਂ ਅਸੀਂ ਸੱਚ ਨੂੰ ਜਾਣਨਾ ਹੈ ਕਿ ਅਸਲੀਅਤ ਕੀ ਹੈ, ਯੂਨੀਵਰਸਲ ਟਰੁੱਥ ਕੀ ਹੈ। ਜਦੋਂ ਅਸੀਂ ਯੂਨੀਵਰਸਲ ਟਰੁੱਥ ਨੂੰ ਸਮਝਾਂਗੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਾਂਗੇ, ਤਾਂ ਸਾਡੇ ਜੀਵਨ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋਏਗੀ। ਸਾਨੂੰ ਇਸ ਦੁਨੀਆ 'ਚੋਂ ਪਿਆਰ ਵੀ ਮਿਲੇਗਾ, ਸਾਨੂੰ ਸੱਚੀ ਪ੍ਰੀਤ ਦੀ ਸਮਝ ਵੀ ਆਏਗੀ, ਸਾਡੀ ਪ੍ਰੀਤ ਪ੍ਰਭੂ ਦੇ ਨਾਲ ਵੀ ਬਣੇਗੀ ਔਰ ਅਸੀਂ ਯਸ਼ ਮਾਨ ਆਦਰ ਵੀ ਹਾਸਲ ਕਰ ਲਵਾਂਗੇ। ਹੁਣ ਰਹਾਉ ਦੀ ਪੰਕਤੀ ਦੇ ਅੰਦਰ ਇਸ ਸਾਰੀ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ। ਰਹਾਉ ਦਾ ਮਤਲਬ ਹੁੰਦਾ ਹੈ ਠਹਿਰਾਵ, ਰੁਕਣਾ, ਠਹਿਰਨਾ। ਤਾਂ ਰਹਾਉ ਸਾਰੇ ਸ਼ਬਦ ਦਾ ਕੇਂਦਰ ਹੈ, ਬਾਕੀ ਸਾਰਾ ਸ਼ਬਦ ਉਸ ਰਹਾਉ ਦੀ ਵਿਆਖਿਆ ਹੁੰਦੀ ਹੈ। ਬਾਕੀ ਸਾਰਾ ਸ਼ਬਦ ਰਹਾਉ ਦੀ ਹੀ ਵਿਆਖਿਆ ਕਰਦਾ ਹੈ। ਜਿਵੇਂ ਸੁਖਮਨੀ ਸਾਹਿਬ ਜੀ ਦੀ ਕਿੰਨੀ ਵੱਡੀ ਲੰਬੀ ਬਾਣੀ ਹੈ, ਤਾਂ ਸਾਰੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਸੀ ਉਹ ਸੀ ਰਹਾਉ ਦੀਆਂ ਪੰਕਤੀਆਂ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਸ਼ਬਦਾਂ ਦੇ ਅੰਦਰ ਰਹਾਉ ਵਾਲੀ ਪੰਕਤੀ ਹੁੰਦੀ ਹੈ। ਸਾਰੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ ਹੈ, ਬਾਕੀ ਸਾਰਾ ਸ਼ਬਦ ਉਸ ਰਹਾਉ ਵਾਲੀ ਪੰਕਤੀ ਦੀ ਵਿਆਖਿਆ ਵਿਸਥਾਰ ਹੁੰਦੀ ਹੈ। ਤਾਂ ਰਹਾਉ ਦੇ ਅੰਦਰ ਗੁਰੂ ਜੀ ਕਹਿ ਰਹੇ ਨੇ ਕਿਆ ਭਵੀਏ ਸਤ ਸੂਚਾ ਹੋਈ। ਤੇ ਜਦੋਂ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦਾ ਆਪ ਕੀਰਤਨ ਕਰਦੇ ਸਨ, ਗਾਇਨ ਕਰਦੇ ਸਨ, ਤਾਂ ਉਹ ਰਹਾਉ ਵਾਲੀ ਪੰਕਤੀ ਨੂੰ ਸਥਾਈ ਬਣਾਉਂਦੇ ਸੀ, ਬਾਕੀ ਸਾਰਾ ਸ਼ਬਦ ਅੰਤਰਾ ਹੁੰਦਾ ਸੀ। ਹਰ ਅੰਤਰੇ ਤੋਂ ਬਾਅਦ ਰਹਾਉ ਵਾਲੀ ਪੰਕਤੀ ਨੂੰ ਗਾਇਆ ਜਾਂਦਾ ਹੈ। ਅੱਜ ਵੀ ਜੇ ਕੋਈ ਸਿਆਣਾ ਰਾਗੀ ਨੇ ਨਾ, ਜਿਹੜੇ ਸਿਆਣੇ ਰਾਗੀ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਹੈ, ਉਹ ਸ਼ਬਦ ਦੇ ਰਹਾਉ ਦੀ ਪੰਕਤੀ ਨੂੰ ਬਣਾਉਂਦੇ ਨੇ ਸਥਾਈ, ਬਾਕੀ ਸ਼ਬਦ ਨੂੰ ਅੰਤਰਾ ਬਣਾਉਂਦੇ ਨੇ। ਪਰ ਜਦੋਂ ਅਣਜਾਣ ਪੁਣੇ ਕਰਕੇ, ਬੇਸਮਝੀ ਕਰਕੇ ਜਾਂ ਜਾਣ ਬੁੱਝ ਕੇ ਸ਼ਬਦ ਦੀ ਕਿਸੇ ਹੋਰ ਪੰਕਤੀ ਨੂੰ ਸਥਾਈ ਬਣਾ ਲਿਆ ਜਾਂਦਾ ਨਾ, ਉਦੋਂ ਸਾਰੇ ਸ਼ਬਦ ਦਾ ਕੇਂਦਰੀ ਭਾਵ ਬਦਲ ਜਾਂਦਾ ਹੈ। ਜਿਵੇਂ ਅਸੀਂ ਹੁਣ ਦੀਵਾਲੀ ਆ ਰਹੀ ਹੈ ਨਾ, ਆਪ ਚਰਚਾ ਕਰ ਰਹੇ ਸੀ ਦੀਵਾਲੀ ਬਾਰੇ, ਤੇ ਹੁਣ ਬਹੁਤ ਸਾਰੇ ਰਾਗੀ ਸਹਿਬਾਨ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਦਾ ਗਾਇਨ ਕਰਨਗੇ, ਦੀਵਾਲੀ ਕੀ ਰਾਤ ਦੀਵੇ ਬਾਲਿਆਂ। ਹੁਣ ਇਹਨੂੰ ਸਥਾਈ ਬਣਾ ਲੈਣਗੇ, ਬਾਕੀ ਸ਼ਬਦ ਨੂੰ ਅੰਤਰਾ ਬਣਾ ਲੈਣਗੇ, ਤੇ ਸਾਨੂੰ ਪ੍ਰਭਾਵ ਐਵੇਂ ਪਵੇਗਾ ਕਿ ਜਿਵੇਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣੇ ਚਾਹੀਦੇ ਨੇ। ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਕਈ ਲੋਕ ਪੁੱਛਦੇ ਵੀ ਨੇ ਕਿ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ ਦੀਵੇ ਬਾਲੋ, ਤੇ ਮਨਾ ਕਿਉਂ ਕੀਤਾ ਜਾ ਰਿਹਾ? ਹੁਣ ਇਹ ਭੁਲੇਖਾ ਕਿਉਂ ਪਿਆ? ਕਿਉਂਕਿ ਭਾਈ ਗੁਰਦਾਸ ਜੀ ਦੀ ਵਾਰ ਦੀ ਜੋ ਅੰਤਲੀ ਪੰਕਤੀ ਹੈ ਨਾ, ਉਹ ਜਿਹੜੀ ਹੈ ਕੇਂਦਰੀ ਭਾਵ ਹੈ। ਜਿਵੇਂ ਸ਼ਬਦ ਦੇ ਅੰਦਰ ਰਹਾਉ ਹੁੰਦਾ ਨਾ, ਐਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਆਮ ਕਰਕੇ ਜੋ ਲਾਸਟ ਵਾਲੀ ਪੰਕਤੀ ਹੈ ਉਹਦੇ ਅੰਦਰ ਕੇਂਦਰੀ ਭਾਵ ਹੁੰਦਾ। ਤਾਂ ਭਾਈ ਗੁਰਦਾਸ ਜੀ ਦੀ ਇਸ ਜੋ ਵਾਰ ਹੈ ਇਹਦਾ ਥੋੜਾ ਜਿਹਾ ਭਾਵ ਮੈਂ ਆਪ ਨਾਲ ਸਾਂਝੀ ਕਰਦੇ ਹਾਂ, ਜਿਸ ਕਰਕੇ ਚੀਜ਼ ਸਮਝ ਆ ਜਾਏ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਨੇ, ਪਰ ਥੋੜੀ ਦੇਰ ਬਾਅਦ ਉਹ ਬੁੱਝ ਜਾਂਦੇ ਨੇ, ਉਹ ਸਾਰਾ ਰਾਤ ਜਾਗਦੇ ਨਹੀਂ। ਕੁਛ ਲੋਕ ਨੇ ਤੇਲ ਵਾਧੂ ਪਾ ਦੇਣ ਜਾਂ ਮੋਮਬੱਤੀ ਵੱਡੀ ਹੋਈ ਜਗਦੀ ਰਹੇ, ਦੀਵਾਲੀ ਦੀ ਰਾਤ ਵਾਲੇ ਦੀਵੇ ਬਾਲੀਦੇ ਨੇ ਤੇ ਉਹ ਥੋੜੀ ਦੇਰ ਬਾਅਦ ਬੁੱਝ ਜਾਂਦੇ ਨੇ। ਤੀਰਥ ਜਾਤੀ ਜਾਤ, ਜਿਵੇਂ ਤੀਰਥਾਂ ਦੇ ਉੱਤੇ ਲੋਕ ਜਾਂਦੇ ਨੇ ਨਾ, ਤੇ ਕਿੰਨੀ ਭੀੜ ਹੁੰਦੀ ਹੈ, ਲੇਕਿਨ ਇੱਕ ਅੱਧੇ ਦਿਨ ਬਾਅਦ ਲੋਕ ਵਾਪਸ ਆ ਜਾਂਦੇ ਨੇ ਤੇ ਉਹ ਫਿਰ ਭੀੜ ਉੱਥੇ ਨਹੀਂ ਰਹਿੰਦੀ, ਫਿਰ ਸੁੰਝ ਵਰਤ ਜਾਂਦੀ ਹੈ। ਉਹ ਭੀੜ ਥੋੜੀ ਚਿਰ ਦੀ ਹੈ। ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲਿਆਂ, ਜਿਵੇਂ ਫੁੱਲ ਖਿੜਦੇ ਨੇ ਨਾ, ਤੇ ਥੋੜੇ ਚਿਰ ਵਾਸਤੇ ਖਿੜਦੇ ਨੇ, ਫਿਰ ਉਹ ਫੁੱਲ ਤੋੜ ਲੈ ਜਾਂਦੇ ਨੇ ਜਾਂ ਉਹ ਮੁਰਝਾ ਕੇ ਡਿੱਗ ਪੈਂਦੇ ਨੇ, ਸਦਾ ਨਹੀਂ ਰਹਿੰਦੇ ਨਾ। ਤੀਰਥਾਂ ਦੇ ਉੱਤੇ ਯਾਤਰੀ ਹਮੇਸ਼ਾ ਨਹੀਂ ਰਹਿੰਦੇ, ਵਨਸਪਤੀ ਦੇ ਅੰਦਰ ਖਿੜੇ ਹੋਏ ਫੁੱਲ ਸਦਾ ਨਹੀਂ ਰਹਿੰਦੇ। ਇਸੇ ਤਰ੍ਹਾਂ ਦੀਵਾਲੀ ਕੀ ਰਾਤ ਦੀਵੇ ਬਾਲਿਆਂ, ਜਿਹੜੇ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਨੇ, ਉਹ ਸਦਾ ਨਹੀਂ ਰਹਿੰਦੇ। ਇਹ ਸਾਰੀਆਂ ਥੋੜ ਚਿਰੀਆਂ ਚੀਜ਼ਾਂ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਆਂ,
ਪੰਕਤੀ ਇਹ ਗਾਇਨ ਕਰਨੀ ਚਾਹੀਦੀ ਸੀ ਕਿ ਜਿਹੜੇ ਗੁਰੂ ਦੇ ਸਿੱਖ ਨੇ ਉਹ ਸ਼ਬਦ ਨੂੰ ਪ੍ਰਧਾਨਤਾ ਦਿੰਦੇ ਨੇ, ਸ਼ਬਦ ਗਾਇਨ ਕਰਦੇ ਨੇ, ਭਾਵ ਸ਼ਬਦ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਸदैवी ਸੁਖ ਮਿਲ ਜਾਂਦਾ ਹੈ। ਕੇਂਦਰੀ ਭਾਵ ਇਸ ਪੰਕਤੀ ਵਿੱਚ ਸੀ, ਬਾਕੀ ਸਾਰੇ ਅੰਤਰੇ ਸਨ। ਹੁਣ ਜਦੋਂ ਕੇਂਦਰੀ ਭਾਵ ਵਾਲੀ ਪੰਕਤੀ ਨੂੰ ਛੱਡ ਕੇ ਕਿਸੇ ਹੋਰ ਪੰਕਤੀ ਨੂੰ ਅੰਤਰਾ ਆਪਣਾ ਸਥਾਈ ਬਣਾ ਲਿਆ ਤਾਂ ਕਨਫਿਊਜ਼ਨ ਪੈਦਾ ਹੋ ਗਈ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਦੇ ਜੋ ਸ਼ਬਦ ਨੇ ਉਹਨਾਂ ਵਿੱਚੋਂ ਰਹਾਉ ਵਾਲੀ ਪੰਕਤੀ ਨੂੰ ਸਥਾਈ ਬਣਾ ਕੇ ਕੀਰਤਨ ਨਹੀਂ ਕਰਦੇ, ਕਿਸੇ ਹੋਰ ਪੰਕਤੀ ਨੂੰ ਅਸੀਂ ਸਥਾਈ ਬਣਾ ਲੈਂਦੇ ਆ, ਤਾਂ ਉਦੋਂ ਸ਼ਬਦ ਦੇ ਭਾਵ ਵੀ ਬਦਲ ਜਾਂਦੇ ਨੇ। ਇਸ ਕਰਕੇ ਜਿਹੜੇ ਰਾਗੀ ਸਹਿਬਾਨ ਨੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਮੇਰੀ ਪਿਆਰ ਸਹਿਤ ਨਿਮਰਤਾ ਸਹਿਤ ਬੇਨਤੀ ਹੈ। ਮੈਂ ਦੋਸ਼ ਨਹੀਂ ਕੱਢ ਰਿਹਾ ਕਿਸ ਦਾ, ਲੇਕਿਨ ਇਹ ਜ਼ਰੂਰੀ ਹੈ। ਰਹਾਉ ਵਾਲੀ ਪੰਕਤੀ ਨੂੰ ਗੁਰੂ ਪਾਤਸ਼ਾਹ ਜੀ ਸਥਾਈ ਬਣਾਉਂਦੇ ਸੀ ਤੇ ਬਾਕੀ ਸ਼ਬਦ ਉਹਨਾਂ ਦਾ ਅੰਤਰਾ ਹੁੰਦਾ ਸੀ। ਪਰ ਕਿਉਂਕਿ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਜਾਂ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ, ਤਾਂ ਅਸੀਂ ਵੀ ਕਦੇ ਕਿਸੇ ਰਾਗੀ ਸਹਿਬਾਨ ਨੂੰ ਬੇਨਤੀ ਨਹੀਂ ਕੀਤੀ ਕਿ ਵੀਰ ਜੀ ਤੁਸੀਂ ਰਹਾਉ ਵਾਲੀ ਪੰਕਤੀ ਨੂੰ ਬਣਾਇਆ ਕਰੋ ਅੰਤਰਾ। ਸ਼ਾਇਦ ਰਾਗੀ ਸਹਿਬਾਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਹੋਵੇ, ਬੇਧਿਆਨੀ ਕਰਕੇ ਉਹ ਐਸਾ ਕਰ ਰਹੇ ਹੋਣ ਜਾਂ ਜਾਣ ਬੁੱਝ ਕੇ, ਤਾਂ ਇਧਰ ਧਿਆਨ ਦੇਣ ਦੀ ਲੋੜ ਹੈ। ਖੈਰ ਮੇਰਾ ਮਕਸਦ ਇਹ ਹੈ ਕਿ ਰਹਾਉ ਵਾਲੀ ਪੰਕਤੀ ਜਿਹੜੀ ਇਸ ਸਿੱਧ ਗੋਸ਼ਟ ਦੇ ਅੰਦਰ, ਇਹਦੇ ਵਿੱਚ ਸਾਰੀ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ। ਇਹਨੂੰ ਮੁੱਖ ਰੱਖ ਕੇ ਸਾਰੀ ਪਾਵਨ ਬਾਣੀ ਨੂੰ ਵਿਚਾਰਿਆ ਗਿਆ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਹੈ ਜਾਂ ਸ਼ਬਦਾਂ ਵਿੱਚ ਹੈ, ਇੱਥੇ ਹੁਣ ਸਾਡਾ ਜਿਹੜਾ ਕੇਂਦਰੀ ਭਾਵ ਹੈ ਉਹ ਕੀ ਹੈ? ਕਿਆ ਭਵੀਐ ਸੱਚ ਸੂਚਾ ਹੋਏ। ਕਿਆ ਭਵੀਏ ਤੇ ਵਿਸ਼ਰਾਮ ਲਗਾਵਾਂਗੇ, ਔਰ ਸਵਾਲੀਆ ਹੈ ਕਿਆ ਭਵੀਏ। ਭਵੀਏ ਦਾ ਮਤਲਬ ਭਵੀਏ, ਫਿਰੀਏ, ਘੁੰਮੀਏ। ਕਿਆ ਭਵੀਏ ਦਾ ਮਤਲਬ ਭਉਣ ਦਾ ਕੀ ਲਾਭ ਹੈ। ਯੋਗੀਆਂ ਨੂੰ ਕਹਿ ਰਹੇ ਨੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਭਰਮਣ ਦਾ, ਤੀਰਥਾਂ ਤੇ ਭਰਮਣ ਦਾ ਕੀ ਲਾਭ ਹੈ। ਜਦੋਂ ਅੱਗੇ ਜਾ ਕੇ ਸੁਣੋਗੇ ਨਾ, ਤਾਂ ਯੋਗੀ ਕਹਿਣਗੇ ਕਿ ਅਸੀਂ ਤੀਰਥਾਂ ਤੇ ਜਾਂਦੇ ਆ ਤੇ ਸੁਖ ਫਲ ਪਾਉਂਦੇ ਆ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਅੱਗੇ ਕਹਿਣਗੇ ਗੱਲ। ਤਾਂ ਇਹ ਸਾਰਾ ਕੇਂਦਰੀ ਭਾਵ ਆ ਗਿਆ ਹੈ ਇੱਥੇ, ਕਿਆ ਭਵੀਏ, ਕਿ ਭਉਣ ਦਾ ਕੀ ਲਾਭ ਹੈ। ਤੀਰਥਾਂ ਤੇ ਭਰਮੀ ਜਾਓ, ਘਰ-ਬਾਰ ਨੂੰ ਛੱਡ ਕੇ ਜੰਗਲਾਂ ਵਿੱਚ ਭਟਕੀ ਜਾਓ, ਸਿਰ ਵਿੱਚ ਸੁਆਹ ਪਾ ਲਓ, ਮੁੰਦਰਾ ਪਾ ਲਓ ਜਾਂ ਸਮਾਧੀਆਂ ਲਾਉਂਦੇ ਫਿਰੋ, ਇਹਦਾ ਲਾਭ ਕੀ ਹੈ। ਸੱਚ ਸੂਚਾ ਹੋਏ, ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਹਦੇ ਮਤਲਬ ਸੱਚ ਦੇ ਜਰੀਏ, ਸੱਚ ਰਾਹੀਂ। ਸੂਚਾ ਹੋਏ ਦਾ ਮਤਲਬ ਬੰਦੇ ਦਾ ਮਨ ਸੁੱਚਾ ਹੁੰਦਾ ਹੈ, ਸੱਚ ਨੂੰ ਜਾਣਿਆ ਜਾਂਦਾ ਹੈ। ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਪਿੰਡਾ ਧੋ ਕੇ ਬਹਿ ਗਏ, ਨਹਾ ਕੇ ਬਹਿ ਗਏ, ਉਹ ਸੁੱਚੇ ਨਹੀਂ ਹਨ। ਅਸਲੀ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਸੱਚ ਵਸ ਗਿਆ। ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਅੰਦਰ, ਮੈਂਟੈਲਿਟੀ ਅੰਦਰ ਸੱਚ ਵਸ ਗਿਆ ਹੈ, ਉਹ ਸੁੱਚੇ ਨੇ। ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਅਸਲੀ ਸੁੱਚੇ ਉਹ ਨੇ ਜਿਨ੍ਹਾਂ ਦੀ ਸੋਚ ਦੇ ਅੰਦਰ ਵਿਚਾਰ ਸੱਚੀ ਹੈ, ਜਿਨ੍ਹਾਂ ਦੀ ਮੈਂਟੈਲਿਟੀ, ਜਿਨ੍ਹਾਂ ਦੀ ਮਾਨਸਿਕਤਾ ਸੱਚੀ ਹੈ, ਉਹ ਲੋਕ ਅਸਲੀ ਸੁੱਚੇ ਨੇ। ਤਾਂ ਇੱਥੇ ਸਾਰੇ ਕਰਮ ਕਾਂਡਾਂ ਦਾ ਖੰਡਨ ਹੈ ਕਿ ਜਿੰਨੇ ਵੀ ਜੋਗੀ ਆਦਿਕ ਜਾਂ ਹੋਰ ਕਰਮ ਕੀਤੇ ਜਾ ਰਹੇ ਨੇ, ਜੰਗਲਾਂ ਵਿੱਚ ਲੋਕ ਜਾ ਰਹੇ ਨੇ, ਤੀਰਥਾਂ ਤੇ ਨਹਾ ਰਹੇ ਨੇ, ਜਾਂ ਹੋਰ ਵਿਚਰਦੇ ਔਰ ਭਟਕਦੇ ਫਿਰਦੇ ਨੇ, ਇਹਨਾਂ ਕਰਮਾਂ ਦਾ ਕੋਈ ਲਾਭ ਨਹੀਂ ਹੈ। ਸੱਚ ਰਾਹੀਂ ਬੰਦਾ ਸੁੱਚਾ ਹੋ ਸਕਦਾ ਹੈ। ਇਸ ਲਈ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ। ਜੋ ਅਸੀਂ ਜਬ ਵਿਚਾਰ ਰਹੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤੇ ਹੁਕਮ ਕੀਤਾ ਹੈ ਨਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਆ ਭਵੀਐ ਸੱਚ ਸੂਚਾ ਹੋਏ, ਭਉਣ ਦਾ ਕੀ ਲਾਭ ਹੈ। ਕਿਉਂਕਿ ਇਹਨਾਂ ਕਰਮ ਕਾਂਡਾਂ ਦੇ ਨਾਲ ਸੱਚਾਈ ਜ਼ਿੰਦਗੀ ਵਿੱਚ ਨਹੀਂ ਆਉਂਦੀ, ਸਗੋਂ ਬੰਦਾ ਸੱਚ ਰਾਹੀਂ ਸੁੱਚਾ ਹੁੰਦਾ ਹੈ। ਸਾਚ ਸ਼ਬਦ ਬਿਨ, ਇੱਥੇ ਵਿਸਰਾਮ ਲਗਾਵਾਂਗੇ, ਮੁਕਤ ਨਾ ਕੋਏ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇੱਥੇ ਸ਼ਬਦ ਦਾ ਮਤਲਬ ਹੈ ਗਿਆਨ।
ਸ਼ਬਦ ਦਾ ਮਤਲਬ ਹੁਕਮ ਵੀ ਹੈ, ਸ਼ਬਦ ਦਾ ਮਤਲਬ ਸਿਫਤ ਸਲਾਹ ਵੀ ਹੈ, ਸ਼ਬਦ ਦਾ ਮਤਲਬ ਜੋ ਗੁਰਬਾਣੀ ਦੇ ਸ਼ਬਦ ਨੇ ਉਹ ਵੀ ਹੈ, ਸ਼ਬਦ ਰੱਬ ਵਾਸਤੇ ਵੀ ਆਇਆ ਹੈ। ਇੱਥੇ ਸ਼ਬਦ ਦਾ ਮੀਨਿੰਗ ਹੈ ਗਿਆਨ। ਸਾਚ ਸ਼ਬਦ ਬਿਨ, ਕਿ ਸੱਚੇ ਗਿਆਨ ਤੋਂ ਬਿਨਾ ਮੁਕਤ ਨਾ ਕੋਏ। ਕੋਈ ਵੀ ਬੰਦਾ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਜਦੋਂ ਤੱਕ ਸੱਚਾ ਗਿਆਨ ਨਹੀਂ ਹੈ। ਤੇ ਸੱਚਾ ਗਿਆਨ ਸਾਨੂੰ ਕਿੱਥੋਂ ਮਿਲਣਾ ਹੈ? ਗੁਰੂ ਦੇ ਪਾਸੋਂ। ਜਦੋਂ ਅਸੀਂ ਗੁਰੂ ਨੂੰ ਮਿਲਾਂਗੇ, ਗੁਰੂ ਦੀ ਪਾਵਨ ਬਾਣੀ ਪੜਾਂਗੇ, ਸਾਨੂੰ ਇਹ ਗਿਆਨ ਮਿਲੇਗਾ। ਤਾਂ ਸੱਚੇ ਗਿਆਨ ਤੋਂ ਬਿਨਾ ਮੁਕਤ ਨਾ ਕੋਏ। ਕੋਈ ਵੀ ਬੰਦਾ ਮੁਕਤ ਨਹੀਂ ਹੈ। ਕੋਏ ਦਾ ਮਤਲਬ ਕੋਈ ਵੀ, ਪੂਰੀ ਦੁਨੀਆ ਵਿੱਚ, ਚਾਹੇ ਉਹ ਮੈਂ ਹਾਂ ਜਾਂ ਤੁਸੀਂ ਹੋ ਜਾਂ ਕੋਈ ਹੋਰ ਥਰਡ ਪਰਸਨ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਰਾਜਾ ਹੈ, ਕੋਈ ਪ੍ਰਜਾ ਹੈ, ਕੋਈ ਵੀ ਹੈ, ਜਿਹਦੇ ਕੋਲ ਸੱਚਾ ਗਿਆਨ ਨਹੀਂ ਨਾ, ਉਹ ਬੰਧਨਾਂ ਤੋਂ ਮੁਕਤ ਨਹੀਂ ਹੈ। ਉਹ ਭੁਲੇਖੇ ਵਿੱਚ ਹੀ ਹੈ, ਭੁਲੇਖੇ ਦੇ ਅੰਦਰ ਟੱਕਰਾ ਮਾਰ ਰਿਹਾ ਹੈ। ਹੁਣ ਅਸੀਂ ਮੁਕਤ ਕਾਦੇ ਤੋਂ ਹੋਣਾ ਸੀ? ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਇਹਨਾਂ ਚੀਜ਼ਾਂ ਤੋਂ ਮੁਕਤੀ ਹਾਸਲ ਕਰਨੀ ਸੀ। ਤੇ ਜੇ ਬੰਦਾ ਗਿਆਨ ਦੀ ਵਰਤੋਂ ਕਰੇ, ਸੱਚੇ ਗਿਆਨ ਦੀ ਵਰਤੋਂ, ਜੋ ਆਪਾਂ ਮੂਲ ਮੰਤਰ ਦੇ ਵਿੱਚ ਵਿਚਾਰਿਆ ਸੀ, ਬੜੇ ਵਿਸਥਾਰ ਨਾਲ ਵਿਚਾਰ ਕੀਤੀ ਸੀ ਮੂਲ ਮੰਤਰ ਦੀ, ਕਿ ਮੂਲ ਮੰਤਰ ਜੋ ਹੈ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪੂਰੀ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ। ਪੂਰੀ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਮੂਲ ਮੰਤਰ ਦੇ ਅੰਦਰ ਛਿਪਿਆ ਹੋਇਆ ਹੈ, ਜੇ ਅਸੀਂ ਉਹਨੂੰ ਅਮਲ ਵਿੱਚ ਲਿਆਈਏ। ਇੱਕ ਓੰਕਾਰ, ਇੱਕ ਇਹ ਸ਼ਬਦ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਕਰਦਾ ਹੈ, ਜੇ ਅਸੀਂ ਇਹਦੇ ਤੇ ਅਮਲ ਕਰੀਏ। ਕਿ ਇੱਕ ਹੀ ਫੈਲਿਆ ਹੋਇਆ ਹੈ ਤਾਂ ਸਾਡੀ ਰੱਬ ਦੀ ਪ੍ਰਾਪਤੀ ਦੀ ਸਮੱਸਿਆ ਸੋਲਵ ਹੋਊਗੀ। ਇੱਕ ਹੀ ਫੈਲਿਆ ਹੋਇਆ ਹੈ, ਦੂਜਾ ਹੈ ਹੀ ਨਹੀਂ, ਤਾਂ ਸਾਡੀਆਂ ਰਾਜਨੀਤਿਕ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਂਦਾ ਹੈ ਕਿ ਇਹਨਾਂ ਦੇਸ਼ਾਂ ਨੂੰ ਖਤਮ ਕਰਕੇ ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿਓ, ਸਾਰੇ ਦੁਨੀਆ ਦੀ, ਸੰਸਾਰ ਦੀ ਰਾਜਧਾਨੀ ਇੱਕ ਬਣਾ ਦਿਓ, ਕਰੰਸੀ ਇੱਕ ਹੋ ਜਾਏਗੀ, ਪਾਸਪੋਰਟ ਸਿਸਟਮ ਖਤਮ ਹੋ ਜਾਏਗਾ। ਜੋ 40, 50, 60, 70% ਧਨ ਮਾਰੂ ਹਥਿਆਰਾਂ ਤੇ ਖਰਚ ਹੁੰਦਾ ਹੈ, ਉਹ ਲੋੜ ਨਹੀਂ ਪਵੇਗੀ ਜੇ ਇੱਕ ਓੰਕਾਰ ਨੂੰ ਸਮਝ ਕੇ ਅਮਲ ਕਰ ਲਿਆ ਜਾਏ। ਔਰ ਇਹ ਪੋਸੀਬਿਲਿਟੀ ਹੈ, ਹੋ ਸਕਦਾ ਹੈ, ਜੇ ਯੂਰਪ ਇਕੱਠਾ ਹੋ ਸਕਦਾ ਹੈ, ਸਾਰੀ ਦੁਨੀਆ ਵੀ ਹੋ ਸਕਦੀ ਹੈ, ਹੋ ਸਕਦਾ ਹੈ, ਪੋਸੀਬਿਲਿਟੀ ਹੈ। ਦੂਜੀ ਗੱਲ ਕਿ ਇੱਕ ਹੀ ਪਸਰਿਆ ਹੋਇਆ ਹੈ ਤਾਂ ਫਿਰ ਜਾਤੀਵਾਦ ਵੀ ਖਤਮ ਹੋ ਜਾਏਗਾ। ਫਿਰ ਜੱਟ ਸਿੱਖ, ਨਾਈ ਸਿੱਖ, ਖੱਤਰੀ ਸਿੱਖ, ਮਹਿਰੇ ਸਿੱਖ, ਅਰੋੜੇ ਸਿੱਖ, ਛੀਂਬੇ ਸਿੱਖ, ਰਮਦਾਸੀਏ ਸਿੱਖ, ਇਹ ਖਤਮ ਹੋ ਜਾਣਗੇ। ਸਿਰਫ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਾਈਚਾਰਕ ਸਮਾਜ ਪੈਦਾ ਹੋ ਜਾਏਗਾ। ਜੇ ਇੱਕ ਪਸਰਿਆ ਹੋਇਆ ਹੈ ਤਾਂ ਫਿਰ ਅਮੀਰ ਔਰ ਗਰੀਬ ਦੇ ਪਾੜੇ ਖਤਮ ਹੋ ਜਾਣਗੇ। ਫਿਰ ਆਰਥਿਕ ਜੋ ਕਾਣੀ ਖਤਮ ਕੀਤਾ ਜਾਏਗਾ। ਫਿਰ ਹਰ ਇਨਸਾਨ ਵਾਸਤੇ ਰੋਜ਼ਗਾਰ ਪੈਦਾ ਕੀਤੇ ਜਾਣਗੇ। ਹਰ ਇਨਸਾਨ ਦੀ ਰੋਟੀ, ਕੱਪੜੇ, ਮਕਾਨ ਦੀ ਲੋੜ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੋਲ ਮਾਡਲ ਪਿੰਡ ਬਣਾਇਆ ਸੀ ਕਰਤਾਰਪੁਰ, ਜਿੱਥੇ ਸਭ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ। ਗੋਇੰਦਵਾਲ ਹੈ, ਕਿੰਨੇ ਨਗਰ ਵਸਾਏ ਨਾ। ਜੋ ਧਾਰਮਿਕ ਸਮੱਸਿਆਵਾਂ ਨੇ ਉਹ ਮੁੱਕ ਜਾਣਗੀਆਂ। ਕਿੰਨੇ ਸਾਰੇ ਧਰਮ ਨੇ, ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ। ਔਰ ਇੱਕ ਧਰਮ ਹੀ ਨਹੀਂ, ਆਪਣੇ ਹੀ ਧਰਮ ਨੂੰ ਮੰਨਣ ਵਾਲੇ, ਆਪਣੇ ਹੀ ਧਰਮ ਵਾਲਿਆਂ ਦੇ ਵਿਰੋਧੀ ਵੇਖੇ ਜਾ ਸਕਦੇ ਨੇ। ਤਾਂ ਇਹ ਧਾਰਮਿਕ ਸਮੱਸਿਆਵਾਂ ਖਤਮ ਹੋ ਜਾਣਗੀਆਂ। ਇੱਕ ਓੰਕਾਰ ਨੂੰ ਸਮਝਿਆ ਜਦੋਂ ਇੱਕ ਹੀ ਪਸਰਿਆ ਹੋਇਆ ਹੈ ਤਾਂ ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਇਹਨੂੰ ਕਹਿੰਦੇ ਨੇ ਸਾਚ ਸ਼ਬਦ, ਸੱਚਾ ਗਿਆਨ। ਜਦੋਂ ਸੱਚ ਦਾ ਗਿਆਨ ਹੋਏਗਾ ਨਾ, ਉਦੋਂ ਇਹਨਾਂ ਵਿਕਾਰਾਂ ਤੋਂ ਖਲਾਸੀ ਹੋਏਗੀ, ਮੁਕਤੀ ਹੋਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਸਾਚ ਸ਼ਬਦ ਬਿਨ ਮੁਕਤ ਨਾ ਕੋਏ, ਕਿ ਬਿਨਾਂ ਸੱਚੇ ਗਿਆਨ ਤੋਂ ਕੋਈ ਵੀ ਮਨੁੱਖ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਕਰ ਸਕਦਾ, ਮੁਕਤ ਨਹੀਂ ਹੋ ਸਕਦਾ। ਜੇ ਸੱਚਾ ਗਿਆਨ ਬੰਦੇ ਨੂੰ ਮਿਲ ਜਾਏ ਨਾ, ਔਰ ਗਿਆਨ ਦੇ ਉੱਤੇ ਅਮਲ ਕਰੇ, ਸੱਚੇ ਗੁਰੂ ਬਾਣੀ ਦੇ ਗਿਆਨ ਤੇ ਅਮਲ ਕਰੇ, ਤਾਂ ਹਕੀਕਤ ਹੈ ਬੰਦਾ ਇਹਨਾਂ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ, ਆ ਜਿਹੜੇ ਖਾਂ ਦੇ ਝਮੇਲੇ ਸੀ ਆਪਣੇ ਗਲ ਮਰੇ ਹੋਏ ਸੱਪ ਪਾਏ ਨੇ, ਇਹਨਾਂ ਸਾਰਿਆਂ ਤੋਂ ਮੁਕਤ ਹੋ ਜਾਏਗਾ। ਅਗਲਾ ਬਚਨ ਕਰਦੇ ਨੇ, ਹੁਣ ਸਵਾਲ ਸ਼ੁਰੂ ਹੋ ਰਹੇ ਨੇ। ਹੁਣ ਸਿੱਧ ਸਵਾਲ ਕਰ ਰਹੇ ਨੇ।
ਕਵਨ ਤੁਮੇ, ਇੱਥੇ ਵਿਸ਼ਰਾਮ ਲਾਵਾਂਗੇ। ਕਿਆ ਨਾਉ ਤੁਮਹਾਰਾ, ਕੌਣ ਮਾਰਗ ਕੌਣ ਸੁਆਓ। ਹੁਣ ਸਵਾਲ ਕੀਤਾ ਜਾ ਰਿਹਾ ਹੈ ਕਿ ਤੁਸੀਂ ਕੌਣ ਹੋ। ਕਵਨ ਤੁਮੇ, ਯੋਗੀ ਪੁੱਛ ਰਹੇ ਨੇ ਤੁਸੀਂ ਕੌਣ ਹੋ। ਕਿਆ ਨਾਉ ਤੁਮਹਾਰਾ, ਤੁਹਾਡਾ ਨਾਂ ਕੀ। ਤੁਮਾਰਾ ਜਿਹੜਾ ਨਾ, ਤੁਮਾਰਾ, ਇਹ ਮੰਮੇ ਦੇ ਪੈਰ ਥੱਲੇ ਅੱਧੇ ਹਾਹੇ ਦਾ ਉਚਾਰਨ ਕਰਾਂਗੇ। ਤੁਮਹਾਰਾ, ਕਵਨ ਤੁਮ, ਕਿਆ ਨਾਉ ਤੁਮਹਾਰਾ, ਮੰਮੇ ਨੂੰ ਭਾਰਾ ਕਰਕੇ ਬੋਲਾਂਗੇ। ਕੌਣ ਮਾਰਗ ਕੌਣ ਸੁਆਓ। ਹੁਣ ਮਾਰਗ ਦਾ ਮਤਲਬ ਰਾਸਤਾ, ਪੰਥ ਜਾਂ ਮਤ, ਕਿਉਂਕਿ ਉਹ ਯੋਗ ਮਤ ਨੂੰ ਮੰਨਣ ਵਾਲੇ ਨੇ, ਗੁਰੂ ਨਾਨਕ ਦੇਵ ਦੇ ਨਾਲ ਮਿਲ ਰਹੇ ਨੇ। ਉਹਨਾਂ ਤੋਂ ਪੁੱਛ ਰਹੇ ਨੇ ਤੂੰ ਕੌਣ ਹੈ। ਕਵਨ ਤੁਮੇ, ਤੂੰ ਕੌਣ ਹੈ। ਕਿਆ ਨਾਉ ਤੁਮਾਰਾ, ਤੇਰਾ ਨਾਂ ਕੀ ਹੈ। ਕੌਣ ਮਾਰਗ, ਤੇਰਾ ਰਾਹ ਕਿਹੜਾ ਹੈ। ਰਾਹ ਦਾ ਮਤਲਬ ਪੰਥ, ਰਾਸਤਾ, ਮਤ, ਧਰਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਤੇਰਾ ਰਾਹ ਕਿਹੜਾ ਹੈ, ਮਤ ਕਿਹੜਾ ਹੈ। ਕੌਣ ਸੁਆਓ, ਸੁਆਓ ਦਾ ਮਤਲਬ ਮਨੋਰਥ, ਪ੍ਰਯੋਜਨ, ਗੋਲ, ਏਮ। ਤੇਰੇ ਜੀਵਨ ਦਾ ਮਨੋਰਥ ਕੀ ਹੈ। ਪਹਿਲੀ ਗੱਲ ਕਿ ਤੂੰ ਕੌਣ ਹੈ। ਚਰਪਟ ਜੋਗੀ ਪੁੱਛ ਰਿਹਾ ਹੈ ਕਿ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਤੇਰਾ ਮਤ ਕੀ ਹੈ, ਤੇ ਉਹ ਜੋ ਤੇਰਾ ਮਤ ਹੈ, ਤੇਰਾ ਰਾਹ ਹੈ, ਉਹਦਾ ਪ੍ਰਯੋਜਨ ਕੀ ਹੈ। ਉਹਦਾ ਪ੍ਰਯੋਜਨ ਕੀ ਹੈ। ਹੁਣ ਦੇਖੋ ਇਹ ਚੀਜ਼ ਬਹੁਤ ਗਜਬ ਦੀ ਹੈ। ਪਹਿਲੇ ਸਵਾਲ ਤਾਂ ਸਿੰਪਲ ਨੇ ਨਾ, ਨਾਮ ਕੀ ਹੈ, ਤੁਸੀਂ ਕੌਣ ਹੋ, ਨਾਮ ਕੀ ਹੈ, ਇਹ ਤਾਂ ਆਮ ਸਵਾਲ ਹੈ। ਅਗਲਾ ਗੱਲ ਹੈ ਕਿ ਤੇਰਾ ਮਾਰਗ ਕਿਹੜਾ ਹੈ, ਰਾਸਤਾ, ਤੇਰਾ ਮਤ ਕੀ ਹੈ। ਇਹ ਵੀ ਆਮ ਸਵਾਲ ਹੈ ਨਾ ਵੈਸੇ ਤਾਂ, ਕਿ ਕਿਹੜੇ ਧਰਮ ਨੂੰ ਮੰਨਦੇ ਹੋ, ਕਿਹੜਾ ਤੁਹਾਡਾ ਰਾਹ ਹੈ। ਕੌਣ ਸੁਆਓ, ਹੁਣ ਇਹ ਬਹੁਤ ਕੀਮਤੀ ਸਵਾਲ ਹੈ ਕਿ ਤੇਰਾ ਸਵਾਰਥ ਹੈ, ਪ੍ਰਯੋਜਨ ਕੀ ਹੈ ਜ਼ਿੰਦਗੀ ਦਾ। ਹੁਣ ਜਿਵੇਂ ਅਸੀਂ ਆ ਵੀਰ ਭੈਣਾਂ ਬੈਠੇ ਆ ਨਾ ਸਾਰੇ, ਜੇ ਅਸੀਂ ਆਪਣੇ ਤੋਂ ਪੁੱਛੀਏ ਕਿ ਮੇਰੀ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ, ਮੇਰੀ ਜ਼ਿੰਦਗੀ ਦਾ ਗੋਲ ਕੀ ਹੈ, ਮੈਂ ਜ਼ਿੰਦਗੀ ਕਾਹਦੇ ਵਾਸਤੇ ਜੀ ਰਿਹਾ। ਕਦੇ ਨਾ ਬੈਠ ਕੇ ਆਪਣੇ ਤੇ ਸਵਾਲ ਕਰਿਓ। ਮੈਂ ਵੀ ਕਰਾਂ, ਤੁਸੀਂ ਵੀ, ਜਾਂ ਹੁਣ ਵੀ ਬੈਠੇ ਬੈਠੇ ਥੋੜਾ ਜਿਹਾ ਸੋਚੋ ਕਿ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ, ਕਾਹਦੇ ਵਾਸਤੇ ਜੀਵਨ ਜੀ ਰਹੇ ਹਾਂ, ਕੀ ਉਦੇਸ਼ ਹੈ ਸਾਡਾ, ਕੀ ਗੋਲ ਹੈ ਸਾਡਾ, ਕੀ ਪ੍ਰਯੋਜਨ ਹੈ ਸਾਡੀ ਜ਼ਿੰਦਗੀ ਦਾ, ਆਪਣੀ ਦਾ। ਮੈਂ ਆਪਣੇ ਵਾਸਤੇ ਸੋਚਾਂ, ਤੁਸੀਂ ਆਪਣੇ ਕੱਲੇ ਕੱਲੇ ਵੀਰ ਭੈਣਾ, ਕਿ ਤੁਹਾਡੇ ਕੱਲੇ ਕੱਲੇ ਦਾ ਪ੍ਰਯੋਜਨ ਕੀ ਹੈ। ਤਾਂ ਜਦੋਂ ਅਸੀਂ ਇਹ ਸਵਾਲ ਆਪਣੇ ਤੋਂ ਪੁੱਛਾਂਗੇ ਨਾ, ਤਾਂ ਮੇਰੇ ਖਿਆਲ 'ਚ ਸਾਨੂੰ ਉੱਤਰ ਦੇਣਾ ਮੁਸ਼ਕਲ ਹੋ ਜਾਏਗਾ ਕਿ ਯਾਰ ਕਾਹਦੇ ਵਾਸਤੇ ਜੀ ਰਿਹਾ ਮੈਂ। ਪ੍ਰਯੋਜਨ ਤੇ ਕੋਈ ਵੀ ਨਹੀਂ, ਪ੍ਰਯੋਜਨ ਤੇ ਕੋਈ ਵੀ ਨਹੀਂ। ਮੈਂ ਜੀ ਰਿਹਾ, ਕੰਮ ਕਰ ਰਿਹਾ ਵਾਂ, ਕਥਾ ਕਰ ਰਿਹਾ, 4 ਪੈਸੇ ਆ ਰਹੇ ਨੇ ਤੇ ਲੰਗਰ ਪਾਣੀ ਛਕ ਰਹੇ ਆ, ਬੱਚਿਆਂ ਨੂੰ ਦੂਜੇ ਵੀ ਐਵੇਂ ਕਰ ਰਹੇ ਨੇ। ਮੈਂ ਕਥਾ ਕਰਕੇ ਬੱਚੇ ਪਾਲ ਰਿਹਾ, ਤੁਸੀਂ ਦੁਕਾਨ ਕਰਕੇ, ਕੋਈ ਵਪਾਰ ਕਰਕੇ, ਕੁਛ ਕਰਕੇ। ਪ੍ਰਯੋਜਨ ਕੀ ਹੈ, ਕਾਹਦੇ ਵਾਸਤੇ ਅਸੀਂ ਇਸ ਦੁਨੀਆ ਤੇ, ਮੈਂ ਇਸ ਦੁਨੀਆ ਤੇ ਕਿਉਂ ਹਾਂ, ਮੇਰਾ ਪ੍ਰਯੋਜਨ ਕੀ ਹੈ। ਉਸ ਪ੍ਰਯੋਜਨ ਨੂੰ ਹਾਸਲ ਕਰਨ ਵਾਸਤੇ ਮੈਂ ਕੀ ਕਰ ਰਿਹਾ। ਕੀ ਅਸੀਂ ਮੁਕਤੀ ਚਾਹੁੰਦੇ ਹਾਂ ਵਿਕਾਰਾਂ ਤੋਂ। ਜੇ ਅਸੀਂ ਧਾਰਮਿਕ ਹਾਂ ਤਾਂ ਕੀ ਰੱਬ ਵਿੱਚ ਮਿਲਣਾ ਚਾਹੁੰਦੇ ਹਾਂ, ਜਾਂ ਅਸੀਂ ਜੀਵਨ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ, ਜਾਂ ਪ੍ਰੇਮ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਕੀ ਪ੍ਰਯੋਜਨ ਹੈ। ਹੁਣ ਗੁਰੂ ਪਾਤਸ਼ਾਹ ਤੋਂ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਮਾਰਗ ਦਾ ਪ੍ਰਯੋਜਨ ਕੀ ਹੈ। ਜਿਹੜਾ ਤੁਸੀਂ ਮਾਰਗ ਜਾਂ ਪੰਥ ਜਾਂ ਰਾਹ, ਜਿਹੜਾ ਧਰਮ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਉਹਦਾ ਪ੍ਰਯੋਜਨ ਕੀ ਹੈ। ਇਹ ਤਾਂ ਸਵਾਲ ਹੋਰ ਬੜਾ ਕੀਮਤੀ ਹੋ ਗਿਆ ਨਾ। ਹੁਣ ਸਾਨੂੰ ਕੱਲੇ ਕੱਲੇ ਦੀ ਨਹੀਂ ਪਤਾ ਲੱਗਦਾ, ਤੇ ਮੇਰੇ ਤੋਂ ਪੁੱਛਿਆ ਜਾਏ ਕਿ ਜਿਹੜੇ ਕਲਾਸ ਵਾਲੇ ਸਾਰੇ ਤੁਸੀਂ ਮੈਂਬਰ ਹੋ, ਤੁਹਾਡਾ ਸਾਰਿਆਂ ਦਾ ਪ੍ਰਯੋਜਨ ਕੀ ਹੈ। 40 ਮੈਨੂੰ ਕੱਲੇ ਦੇ ਨਹੀਂ ਪਤਾ ਲੱਗ ਰਿਹਾ, ਤੇ 40-45 ਦਾ ਮੈਂ ਕਿੱਥੋਂ ਦੱਸਾਂ। ਤਾਂ ਪੁੱਛ ਰਹੇ ਨੇ ਕਿ ਤੁਹਾਡਾ ਪ੍ਰਯੋਜਨ ਕੀ ਹੈ, ਮਨੋਰਥ ਕੀ ਹੈ, ਜ਼ਿੰਦਗੀ ਦਾ ਗੋਲ ਕੀ ਹੈ। ਤੇ ਇਹ ਸਵਾਲ ਸਿਰਫ ਗੁਰੂ ਨਾਨਕ ਦੇਵ ਜੀ ਵਾਸਤੇ ਨਹੀਂ ਹੈ, ਉਹਨਾਂ ਵਾਸਤੇ ਤਾਂ ਹੈ ਹੀ ਹੈ। ਇਹ ਸਵਾਲ ਸਾਡੇ ਵਾਸਤੇ ਵੀ ਹੈ ਕਿ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ। ਕਿਸੇ ਵੀ ਬੰਦੇ ਦਾ, ਹਿੰਦੂ, ਮੁਸਲਮਾਨ, ਸਿੱਖ ਆਦਿਕ, ਜੇ ਜ਼ਿੰਦਗੀ ਦਾ ਕੋਈ ਗੋਲ ਨਹੀਂ ਤਾਂ ਉਹ ਜੀਵਨ ਦੁਖਦਾਈ ਹੈ, ਆਪਣੇ ਲਈ ਵੀ ਦੂਜਿਆਂ ਲਈ ਵੀ। ਉਹ ਜੀਵਨ ਉਸ ਕਿਸ਼ਤੀ ਵਰਗਾ ਹੈ
ਜਿਸ ਕਿਸ਼ਤੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਪਰ ਵਿੱਚ ਬੰਦਾ ਕੋਈ ਨਹੀਂ, ਮਲਾ ਕੋਈ ਨਹੀਂ, ਚੱਪੂ ਕੋਈ ਨਹੀਂ, ਇੰਜਨ ਕੋਈ ਨਹੀਂ, ਬਸ ਦੋ ਲਹਿਰਾਂ ਇੱਧਰ ਲੈ ਜਾਂਦੀਆਂ ਨੇ, ਦੋ ਲਹਿਰਾਂ ਉਧਰ ਲੈ ਜਾਂਦੀਆਂ ਨੇ, ਆਖਿਰ ਉਹ ਕਿਸ਼ਤੀ ਡੁੱਬ ਜਾਂਦੀ, ਉਹ ਕਿਤੇ ਪਹੁੰਚਦੀ ਨਹੀਂ, ਕਿਉਂਕਿ ਏਮ ਹੀ ਨਹੀਂ ਨਾ। ਤਾਂ ਸਾਨੂੰ ਇੱਥੋਂ ਇਹ ਵੀ ਚੀਜ਼ ਮਿਲ ਰਹੀ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਦਾ ਏਮ ਬਣਾਉਣਾ ਹੈ। ਸਾਚ ਕਹੋ ਅਰਦਾਸ ਹਮਾਰੀ, ਹੋਂ ਸੰਤ ਜਨਾ ਬਲ ਜਾਓ। ਹੁਣ ਗੁਰੂ ਨਾਨਕ ਦੇਵ ਜੀ ਉੱਤਰ ਦੇ ਰਹੇ ਨੇ, ਸਾਚ ਕਹੋ ਕਿ ਮੈਂ ਸੱਚ ਕਹਿੰਦਾ ਹਾਂ, ਯਾਨੀ ਮੈਂ ਸੱਚ ਦੀ ਆਰਾਧਨਾ ਕਰਦਾ ਹਾਂ, ਮੈਂ ਸੱਚ ਦੇ ਨਾਲ ਜੁੜਿਆ ਹੋਇਆ ਹਾਂ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਣਾ ਹੀ ਮੇਰੀ ਜ਼ਿੰਦਗੀ ਦਾ ਪ੍ਰਯੋਜਨ ਹੈ। ਸਾਚ ਕਹੋ ਅਰਦਾਸ ਹਮਾਰੀ, ਤੇ ਮੈਂ ਪ੍ਰਭੂ ਦੇ ਚਰਨਾਂ ਵਿੱਚ ਹੀ ਅਰਦਾਸ ਕਰਦਾ ਹਾਂ। ਹੁਣ ਸੰਤ ਜਨਾਂ ਬਲ ਜਾਓ, ਇੱਥੇ ਸੰਤ ਦਾ ਮਤਲਬ ਹੈ ਗੁਰੂ। ਮੈਂ ਗੁਰੂ ਜਨ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਗਿਆਨ ਤੋਂ ਕੁਰਬਾਨ ਜਾਂਦਾ। ਤੇ ਹੁਣ ਸਵਾਲ ਪੈਦਾ ਹੋਏਗਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੈ? ਤਾਂ ਗੁਰੂ ਸਾਹਿਬ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਨਾ, ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਰੱਬ ਹੀ ਮੇਰਾ ਗੁਰੂ ਹੈ, ਸਰਵ ਵਿਆਪਕ ਗਿਆਨ ਹੀ ਮੇਰਾ ਗੁਰੂ ਹੈ, ਸਰਵ ਵਿਆਪਕ ਪ੍ਰਭੂ ਹੀ ਮੇਰਾ ਗੁਰੂ ਹੈ, ਸ਼ਬਦ ਹੀ ਮੇਰਾ ਗੁਰੂ ਹੈ। ਅੱਗੇ ਚੱਲ ਕੇ ਚੀਜ਼ਾਂ ਸਪਸ਼ਟ ਕਰਨਗੇ, ਸ਼ਬਦ ਗੁਰੂ ਸੁਰ ਤੁਨ ਚੇਲਾ ਅੱਗੇ ਚੱਲ ਕੇ ਸਪਸ਼ਟ ਕਰਨਗੇ। ਤਾਂ ਮੈਂ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਤਾਂ ਪ੍ਰਯੋਜਨ ਕੀ ਹੋ ਗਿਆ? ਜਿਹੜਾ ਮੇਰਾ ਮਾਰਗ ਹੈ, ਪੰਥ ਹੈ, ਮੇਰਾ ਰਾਸਤਾ ਹੈ, ਉਹਦਾ ਪ੍ਰਯੋਜਨ ਹੈ ਸੱਚ ਨੂੰ ਪ੍ਰਗਟ ਕਰਨਾ, ਅਸਲੀਅਤ ਦੇ ਨਾਲ ਜੋੜਨਾ, ਅਸਲੀਅਤ ਨੂੰ ਜਾਣਨਾ ਔਰ ਸੱਚ ਨੂੰ ਜਾਣ ਕੇ ਸੱਚੀ ਜ਼ਿੰਦਗੀ ਜੀਣੀ। ਤੇ ਇਸੇ ਵਾਸਤੇ ਹੀ ਮੈਂ ਅਰਦਾਸ ਕਰਦਾ, ਇਹੀ ਮੇਰੀ ਮੰਗ ਹੈ। ਸੱਚ ਹੀ ਮੈਂ ਕਹਿਣਾ, ਸੱਚ ਸੁਣਦਾ, ਸੱਚ ਅਪਣਾਉਂਦਾ, ਸੱਚ ਦਾ ਸੰਗ੍ਰਹਿਣ ਕਰਦਾ ਤੇ ਗੁਰੂ ਤੋਂ ਕੁਰਬਾਨ ਜਾਂਦਾ। ਤਾਂ ਹੁਣ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੋ ਗਿਆ? ਜੇ ਅਸੀਂ ਆਪਣੇ ਵਾਸਤੇ ਹੁਣ ਸੋਚਣਾ ਹੈ ਤਾਂ ਸਾਡੀ ਜ਼ਿੰਦਗੀ ਦਾ ਮਨੋਰਥ ਗੁਰੂ ਤੋਂ ਕੁਰਬਾਨ ਜਾਣਾ, ਯਾਨੀ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਔਰ ਸੱਚੀ ਜ਼ਿੰਦਗੀ ਜੀਣੀ ਤੇ ਇੱਕ ਪ੍ਰਭੂ ਦੀ ਸਿਫਤ ਸਲਾਹ ਕਰਨੀ। ਅਗਲਾ ਬਚਨ ਕਰਦੇ ਨੇ, ਕਹਿ ਬੈਸ ਹੋ ਕਹਿ ਰਹੀਏ ਬਾਲੇ, ਕਹਿ ਆਵ ਹੋ ਕਹਿ ਜਾਹੋ। ਇੱਥੇ ਬਾਲੇ ਦਾ ਮਤਲਬ ਹੈ ਲੜਕਾ, ਕਾਕਾ। ਜਿਵੇਂ ਅਸੀਂ ਨਹੀਂ ਕਹਿ ਦਿੰਦੇ ਕਾਕਾ, ਛੋਟੀ ਉਮਰ ਦੇ ਬੰਦੇ ਨੂੰ ਜਿਵੇਂ ਅਸੀਂ ਕਾਕਾ ਕਹਿ ਦਿੰਦੇ ਆ, ਉਹ ਕਾਕਾ ਮੇਰੀ ਗੱਲ ਸੁਣ। ਸਿੱਧ ਬਾਲਾ ਕਹਿ ਰਹੇ ਨੇ, ਗੁਰੂ ਨਾਨਕ ਦੇਵ ਨੂੰ ਬਾਲਾ ਕਹਿ ਰਹੇ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਉਮਰ ਉਹਨਾਂ ਤੋਂ ਬਹੁਤ ਘੱਟ ਹੈ। ਇਹ ਨੌਜਵਾਨ ਉਮਰ ਵਿੱਚ ਨੇ, ਉਹਨਾਂ ਦੀ ਉਮਰ ਜ਼ਿਆਦੀ ਹੈ, ਬਜ਼ੁਰਗ ਨੇ, ਬਹੁਤੀ ਉਮਰ ਦੇ ਨੇ, ਇਸ ਲਈ ਉਹਨੂੰ ਬਾਲਕ ਕਹਿ ਰਹੇ ਨੇ। ਬਾਲੇ ਦਾ ਮਤਲਬ ਬਾਲਕ। ਕਹਿ ਬੈਸੋ ਕਹਿ ਰਹੀਏ ਬਾਲੇ, ਕਿ ਇਹ ਬਾਲਕ, ਕਹਿ ਬੈਸੋ ਦਾ ਮਤਲਬ ਤੁਸੀਂ ਕਿੱਥੇ ਬਹਿੰਦੇ ਹੋ। ਹੁਣ ਬਹਿਣ ਦਾ ਮਤਲਬ ਇੱਥੇ ਹੈ ਕਿੱਥੇ ਟਿਕਦੇ ਹੋ, ਸ਼ਾਂਤ ਕਿਵੇਂ ਰਹਿੰਦੇ ਹੋ। ਇੱਕ ਬੰਦਾ ਹੁੰਦਾ ਨਾ, ਜਿਵੇਂ ਆਮ ਅਸੀਂ ਪੰਜਾਬੀ ਵਿੱਚ ਬੋਲਦੇ ਆ ਕਿ ਮੇਰਾ ਤੇ ਸਿਰ ਖੁਰਕਣ ਨਹੀਂ। ਸਿਰ ਖੁਰਕਣ ਦਾ ਮਤਲਬ ਕਿ ਮੇਰੇ ਕੋਲ ਸਿਰ ਖੁਰਕਣ ਦਾ ਵੀ ਟਾਈਮ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਿਰ ਨਹੀਂ ਖੁਰਕ ਸਕਦਾ, ਸਿਰ ਤੇ ਭਾਵੇਂ ਸਾਰਾ ਦਿਨ ਖੁਰਕੀ ਜਾਓ। ਸਿਰ ਖੁਰਕਣ ਨਹੀਂ ਦਾ ਮਤਲਬ ਕਿ ਮੈਂ ਬਹੁਤ ਬਿਜੀ ਹਾਂ, ਟਿਕਾਵ ਨਹੀਂ ਇੱਕ ਪਲ ਦਾ ਵੀ। ਇੱਥੇ ਬੈਸੋ ਦਾ ਮਤਲਬ ਬਹਿਣਾ, ਟਿਕਣਾ, ਸ਼ਾਂਤ ਹੋਣਾ। ਸਾਡਾ ਮਨ ਟਿਕਦਾ ਨਹੀਂ ਨਾ, ਕਿਵੇਂ ਮਨ ਦੇ ਅੰਦਰ ਵਿਚਾਰ ਆਉਂਦੇ ਨੇ, ਕਿਵੇਂ ਕਈ ਵਾਰ ਅਸੀਂ ਓਵਰ ਥਿੰਕਿੰਗ ਦੇ ਸ਼ਿਕਾਰ ਹੋ ਜਾਂਦੇ ਹਾਂ। ਹੁਣ ਯੋਗੀ ਕਹਿ ਰਹੇ ਨੇ ਕਿ ਅਸੀਂ ਤੇ ਸਮਾਧੀਆਂ ਲਾਉਂਦੇ ਹਾਂ ਔਰ ਟਿਕੇ ਹੋਏ ਆ, ਭੰਗ ਪੀ ਲਈ ਜਾਂ ਮਤਲਬ ਕੋਈ ਨਸ਼ਾ ਕਰ ਲਿਆ ਔਰ ਦਸਮ ਦੁਆਰ ਵਿੱਚ ਪ੍ਰਾਣ ਚੜਾ ਰਹੇ ਆ, ਇਸ ਤੇ ਬੈਠੇ ਆ, ਇਸ ਤੇ ਬਿਲਕੁਲ ਟਿਕੇ ਹੋਏ ਆ। ਤੁਸੀਂ ਕਿਵੇਂ ਸ਼ਾਂਤੀ ਹਾਸਲ ਕਰਦੇ ਹੋ? ਕਹਿ ਬੈਸੋ ਕਹਿ ਰਹੀਏ ਬਾਲੇ, ਕਿੱਥੇ ਰਹਿੰਦੇ ਹੋ? ਕਿੱਥੇ ਰਹਿਣ ਦਾ ਮਤਲਬ ਕਿੱਥੇ ਜੁੜੇ ਰਹਿੰਦੇ ਹੋ, ਤੁਹਾਡੀ ਸੁਰਤ ਕਿੱਥੇ ਰਹਿੰਦੀ ਹੈ। ਕਹਿ ਆਵੋ ਕਹਿ ਜਾਹੋ, ਕਿੱਥੇ ਆਉਂਦੇ ਹੋ ਤੇ ਕਿੱਥੇ ਜਾਂਦੇ ਹੋ। ਇਹ ਸਵਾਲ ਨੇ, ਤੇਰਾ ਟਿਕਾਣਾ ਕਿੱਥੇ ਹੈ, ਕਿੱਥੇ ਵਸਦਾ ਹੈ ਇਹ ਬਾਲਕੇ, ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ,
ਇਹਨਾਂ ਸਵਾਲਾਂ ਦੇ ਉੱਤਰ ਗੁਰੂ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਦੇਣਗੇ। ਕਹਿ ਬੈਸੋ, ਕਹਿ ਰਹੀਏ ਬਾਲੇ, ਕਹਿ ਆਵੋ, ਕਹਿ ਜਾਹੋ। ਕਿ हे ਬਾਲਕ, ਤੁਸੀਂ ਕਿਸ ਤੇ ਆਸਰੇ ਸ਼ਾਂਤ ਚਿਤ ਰਹਿੰਦੇ ਹੋ? ਤੁਹਾਡੀ ਸੁਰਤ ਕਿਸ ਵਿੱਚ ਜੁੜਦੀ ਹੈ? ਕਿਹਦੇ ਵਿੱਚ ਆਪਣੀ ਸੁਰਤ ਜੋੜਦੇ ਹੋ? ਕਿੱਥੋਂ ਆਉਂਦੇ ਹੋ ਤੇ ਕਿੱਥੇ ਜਾਂਦੇ ਹੋ? ਹੁਣ ਅਗਲਾ ਫਿਰ ਕਰ ਰਹੇ ਨੇ ਸਵਾਲ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਜੋਗੀ ਨੇ ਆਖਿਆ ਕਿ ਤੁਹਾਡਾ ਰਾਹ ਕੀ ਹੈ। ਦੁਬਾਰਾ ਫਿਰ ਪੁੱਛ ਰਹੇ ਨੇ ਤੁਹਾਡਾ ਰਾਹ ਕੀ ਹੈ, ਤੁਹਾਡਾ ਮਤ ਕੀ ਹੈ, ਤੁਸੀਂ ਕਿਸ ਮਤ ਦੇ ਧਾਰਨੀ ਹੋ? ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ ਕਿ हे ਪ੍ਰਭੂ ਪਿਆਰੇ ਵੈਰਾਗਵਾਨ, ਤੇਰਾ ਮਤ ਕੀ ਹੈ, ਤੇਰਾ ਰਾਸਤਾ ਕੀ? ਤਾਂ ਹੁਣ ਗੁਰੂ ਜੀ ਉੱਤਰ ਦੇ ਰਹੇ ਨੇ, ਘਟ ਘਟ ਬੈਸ ਨਿਰੰਤਰ ਰਹੀ ਹੈ, ਚਾਲੇ ਸਤਿਗੁਰ ਭਾਏ। ਘਟ ਘਟ ਦਾ ਮਤਲਬ ਜੋ ਹਰ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ। ਬੈਸ ਨਿਰੰਤਰ ਰਹੀ ਹੈ, ਨਿਰੰਤਰ ਦਾ ਮਤਲਬ ਲਗਾਤਾਰ। ਬੈਸ ਰਹੀਏ ਦਾ ਮਤਲਬ ਅਸੀਂ ਟਿਕੇ ਰਹਿੰਦੇ ਹਾਂ। ਕਿ ਇਹ ਜੋਗੀ ਜੋ ਲਗਾਤਾਰ ਹਰ ਹਿਰਦੇ ਦੇ ਅੰਦਰ ਵਸ ਰਿਹਾ ਹੈ, ਉਹਦੇ ਚਰਨਾਂ ਦੇ ਵਿੱਚ ਅਸੀਂ ਟਿਕੇ ਰਹਿੰਦੇ ਹਾਂ। ਮੇਰੀ ਸੁਰਤ ਉੱਥੇ ਟਿਕੀ ਰਹਿੰਦੀ ਹੈ। ਯਾਨੀ ਮੈਨੂੰ ਇਹ ਚੀਜ਼ ਹਰ ਵਕਤ ਯਾਦ ਹੈ ਕਿ ਹਰ ਇੱਕ ਦੇ ਅੰਦਰ ਰੱਬ ਵਸ ਰਿਹਾ ਹੈ। ਮੈਂ ਇੱਥੇ ਟਿਕਿਆ ਹੋਇਆ, ਮੇਰਾ ਮਨ ਇੱਥੇ ਟਿਕਿਆ ਹੋਇਆ, ਮੇਰੀ ਸੁਰਤ ਇੱਥੇ ਟਿਕੀ ਹੋਈ ਹੈ, ਮੇਰੇ ਚੇਤੇ ਦੇ ਅੰਦਰ ਇਹ ਚੀਜ਼ ਟਿਕੀ ਹੋਈ ਹੈ। ਮੈਨੂੰ ਹਰ ਇੱਕ ਦੇ ਅੰਦਰ ਬੈਠਾ ਹੋਇਆ ਰੱਬ ਦਿਸ ਰਿਹਾ ਹੈ ਕਿ ਸਾਰੀ ਦੁਨੀਆ ਦਾ ਹਰ ਮਨੁੱਖ ਇੱਕ ਰੱਬ ਦੀ ਰਜ਼ਾ ਵਿੱਚ ਤੁਰ ਰਿਹਾ ਹੈ। ਸਾਰਿਆਂ ਦੇ ਅੰਦਰ ਇੱਕੋ ਹੀ ਸਿਸਟਮ ਹੈ, ਇੱਕ ਸਿਸਟਮ ਦੇ ਅੰਦਰ ਸਾਰੇ ਕੰਮ ਕਰ ਰਹੇ ਨੇ। ਮੇਰੀ ਸੁਰਤ ਉੱਥੇ ਟਿਕੀ ਰਹਿੰਦੀ ਹੈ। ਮੈਂ ਉਸ ਇੱਕ ਦੇ ਨਾਲ ਜੁੜਿਆ ਹੋਇਆ ਹਾਂ, ਜਿਹੜਾ ਇੱਕ ਲਗਾਤਾਰ ਹੈ। ਨਿਰੰਤਰ ਦਾ ਮਤਲਬ ਨਿਰੰਤਰ, ਲਗਾਤਾਰ, ਬਿਨਾਂ ਵਿਥ ਤੋਂ, ਅਵਿਰਲ। ਔਰ ਜਿਹੜਾ ਹਰ ਸਰੀਰ ਵਿੱਚ ਹੈ। ਮੇਰੀ ਸੁਰਤ ਇੱਥੇ ਜੁੜੀ ਹੋਈ ਹੈ ਕਿ ਸਾਰਾ ਕੁਝ ਇੱਕ ਹੀ ਹੈ, ਇੱਕ ਹੀ ਹਰ ਥਾਂ ਤੇ ਹੈ। ਇੱਕ ਓੰਕਾਰ ਦੇ ਅੰਦਰ ਮੇਰੀ ਸੁਰਤ ਜੁੜੀ ਹੈ। ਮੈਨੂੰ ਵਿਖੇਵੇਂ ਦਿਸਦੇ ਹੀ ਨਹੀਂ ਕਿ ਮੈਨੂੰ ਲੱਭਣ ਵਾਸਤੇ ਹੁਣ ਬਾਹਰ ਜਾਵਾਂ, ਜੰਗਲਾਂ ਵਿੱਚ ਜਾਵਾਂ, ਕਿ ਉਹਨੂੰ ਲੱਭਣ ਵਾਸਤੇ ਮੈਂ ਸੁਰਤ ਜੋੜਾਂ, ਮੈਂ ਸਮਾਧੀ ਲਾਵਾਂ। ਲੋੜ ਹੀ ਨਹੀਂ ਹੈ ਨਾ। ਕਿ ਉਹਨੂੰ ਵੇਖਣ ਵਾਸਤੇ, ਰੱਬ ਨੂੰ ਵੇਖਣ ਲਈ ਮੈਂ ਜੰਗਲਾਂ ਵਿੱਚ ਜਾਵਾਂ, ਮੈਂ ਤੀਰਥਾਂ ਤੇ ਜਾਵਾਂ, ਮੈਂ ਸਮਾਧੀਆਂ ਲਾਵਾਂ, ਮੈਂ ਦਸਮ ਦੁਆਰ ਵਿੱਚ ਪ੍ਰਾਣ ਚੜਾਵਾਂ, ਮੈਂ ਆ ਪੁੱਠੇ ਸਿੱਧੇ ਸਾਹ ਲਵਾਂ। ਲੋੜ ਹੀ ਨਹੀਂ। ਮੇਰੀ ਸੁਰਤ ਜੁੜੀ ਹੋਈ ਹੈ, ਮੇਰਾ ਚੇਤਾ ਜੁੜਿਆ ਹੋਇਆ। ਮੈਨੂੰ ਚੇਤੇ ਹੈ ਚੀਜ਼ ਲਗਾਤਾਰ ਕਿ ਇੱਕ ਹੀ ਪਸਰਿਆ ਹੋਇਆ, ਇੱਕ ਓੰਕਾਰ। ਮੈਂ ਉਹਦੇ ਚਰਨਾਂ ਵਿੱਚ ਜੁੜਿਆ ਹੋਇਆ ਹਾਂ, ਉਹਦੇ ਨਾਲ ਮੈਂ ਜੁੜਿਆ ਹੋਇਆ ਹਾਂ। ਇਹਦਾ ਮਤਲਬ ਕਿ ਜੋ ਉਸ ਇੱਕ ਦੇ ਨਾਲ ਜੁੜਿਆ ਹੈ ਨਾ, ਇਹ ਗੱਲੀ ਬਾਤੀ ਗੱਲ ਨਹੀਂ ਹੈ, ਥੋੜੀ ਗਹਿਰੀ ਇਹ ਚੀਜ਼ ਸਮਝਣਾ। ਇਸ ਨੂੰ ਜਿਹੜਾ ਉਹਦੇ ਨਾਲ ਜੁੜਿਆ ਉਹ ਫਿਰ ਸਾਰਿਆਂ ਦੇ ਨਾਲ ਵਿਹਾਰ ਇੱਕ ਜੈਸਾ ਕਰੇਗਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹੋ, ਕਿਵੇਂ ਉਹ ਇੱਕੋ ਜਿਹਾ ਵਿਹਾਰ ਕਰ ਰਹੇ ਨੇ। ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦੇ ਸਾਈ। ਜਦੋਂ ਇਸ ਦੁਨੀਆ ਨੂੰ ਵੇਖਦੇ ਨੇ ਕਿ ਰਾਜਨੀਤਿਕ, ਧਾਰਮਿਕ, ਆਰਥਿਕ ਔਰ ਸਮਾਜਿਕ ਤੌਰ ਤੇ ਲੋਕ ਦੁਖੀ ਨੇ। ਇੱਥੇ ਇਸਤਰੀ ਦੀ ਬੇਪੱਤੀ ਹੋ ਰਹੀ ਹੈ। ਇੱਥੇ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਜਾ ਰਿਹਾ ਹੈ। ਇੱਥੇ ਬਹੂ ਬੇਟੀਆਂ ਨੂੰ ਜਾਂ ਬੱਚਿਆਂ ਨੂੰ ਆਮ ਬਾਜ਼ਾਰਾਂ ਦੇ ਅੰਦਰ, ਮਨੁੱਖਾਂ ਨੂੰ ਮੰਡੀਆਂ ਵਿੱਚ ਪਸ਼ੂਆਂ ਦੀ ਤਰ੍ਹਾਂ ਵੇਚਿਆ ਜਾ ਰਿਹਾ ਹੈ। ਇੱਥੇ ਗਰੀਬਾਂ ਦਾ ਸ਼ੋਸ਼ਣ ਹੋ ਰਿਹਾ ਹੈ। ਇੱਥੇ ਰਾਜੇ ਬਾਦਸ਼ਾਹ ਜ਼ੁਲਮ ਕਰ ਰਹੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ। ਇੱਥੇ ਸਮਾਜਿਕ ਤੌਰ ਤੇ ਜਾਤੀਵਾਦ ਫੈਲਿਆ ਹੋਇਆ ਹੈ। ਕਿਵੇਂ ਇਹ ਸੰਸਾਰ ਦੇ ਜੀਵ ਵਿਲਕ ਰਹੇ ਨੇ ਦੁੱਖਾਂ ਦੇ ਅੰਦਰ। ਤੇ ਆਪਣੇ ਸੁੱਖਾਂ ਨੂੰ ਛੱਡ ਕੇ ਦੇਖੋ, ਜੇ ਦੁਨਿਆਵੀ ਤੌਰ ਤੇ ਵੇਖੀ ਤੇ ਪਟਵਾਰੀ ਦੇ ਪੁੱਤਰ ਨੇ। ਪਟਵਾਰੀ ਹੋਣਾ ਕੋਈ ਛੋਟੀ ਗੱਲ ਨਹੀਂ ਸੀ ਉਦੋਂ। ਆਪਣੀ ਜ਼ਮੀਨ ਜਾਇਦਾਦ ਹੈ, ਲੇਕਿਨ ਸਾਰਾ ਕੁਝ ਛੱਡ ਕੇ ਆਪਣੇ ਬੱਚੇ ਵੀ, ਆਪਣੀ ਪਤਨੀ ਵੀ, ਆਪਣੇ ਮਾਂ-ਬਾਪ ਵੀ, ਆਪਣੀ ਭੈਣ ਵੀ, ਸਾਰੇ ਸੁੱਖ ਸਾਧਨਾਂ ਨੂੰ ਛੱਡ ਕੇ ਤੇ ਸੰਸਾਰ ਨੂੰ ਸੱਚਾ ਉਪਦੇਸ਼ ਦੇਣ ਵਾਸਤੇ ਨਿਕਲ ਪੈਣਾ। ਤੇ ਉਹ ਵੀ ਪੈਦਲ, ਉਹ ਵੀ ਕਿੰਨੇ ਔਖੇ ਰਾਹਾਂ ਤੇ। ਕਿਤੇ ਸੱਜਣ ਵਰਗੇ ਡਕੈਤਾਂ ਦੇ ਨਾਲ ਮਿਲਣਾ ਹੈ, ਤੇ ਕਿਤੇ ਜੋਗੀਆਂ ਦੇ ਨਾਲ, ਤੇ ਕਿਤੇ
ਰਾਸਤੇ ਵਿੱਚ ਹੀ ਕੰਕਰਾਂ ਪੱਥਰਾਂ ਤੇ ਸੌਣਾ ਪੈਣਾ ਹੈ ਤੇ ਰੁੱਖਾ ਮਿੱਸਾ ਖਾਣਾ ਪੈਣਾ ਹੈ, ਸਾਰਾ ਕੁਛ ਸੁੱਖ ਸਾਧਨ ਤਿਆਗ ਕੇ ਚੱਲ ਪੈ ਨਾ। ਕਿਉਂ? ਕਿਉਂਕਿ ਸੁਰਤ ਇੱਕ ਨਾਲ ਜੁੜ ਗਈ ਹੈ ਨਾ, ਉਹ ਇੱਕ ਦਿਸ ਰਿਹਾ ਨਾ, ਆਪਣਾ ਆਪਾ ਦੂਜਿਆਂ ਵਿੱਚ ਦਿਸ ਰਿਹਾ ਨਾ, ਤਾਂ ਇਹਨੂੰ ਕਹਿੰਦੇ ਨੇ ਜੁੜਨਾ। ਸਮਾਧੀਆਂ ਲਾਉਣ ਦੀ ਮੈਨੂੰ ਲੋੜ ਨਹੀਂ ਹੈ ਕਿ ਮੈਂ ਘਰ-ਬਾਰ ਛੱਡ ਕੇ ਪਹਾੜਾਂ ਤੇ ਚੜ ਜਾਵਾਂ, ਮੈਂ ਸਵੇਰੇ ਉੱਠ ਕੇ ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਲਈ ਬਹਿ ਜਾਵਾਂ। ਮੈਂ ਤਾਂ ਹਰ ਵਕਤ ਇੱਕ ਨੂੰ ਵੇਖ ਰਿਹਾ, ਹਰ ਇੱਕ ਦੇ ਅੰਦਰ ਮੇਰੀ ਸੁਰਤ ਉੱਥੇ ਟਿਕੀ ਹੋਈ ਹੈ, ਘਟ ਘਟ ਬੈਸ ਨਿਰੰਤਰ ਰਹੀ ਹੈ। ਚਾਲੇ ਸਤਿਗੁਰ ਭਾਏ, ਚਾਲੇ ਦਾ ਮਤਲਬ ਅਸੀਂ ਤੁਰਦੇ ਹਾਂ, ਅਸੀਂ ਸਤਿਗੁਰ ਦੀ ਮਰਜ਼ੀ ਵਿੱਚ ਤੁਰਦੇ ਹਾਂ। ਇਹ ਮੇਰੇ ਮਤ ਦਾ ਪ੍ਰਯੋਜਨ ਹੈ, ਗੁਰੂ ਦੇ ਰਾਹਾਂ ਤੇ ਤੁਰਨਾ, ਸੱਚੇ ਗਿਆਨ ਦੇ ਰਾਹਾਂ ਤੇ ਤੁਰਨਾ, ਗਿਆਨ ਮੁਤਾਬਕ ਜੀਣੀ। ਅਗਿਆਨਤਾ ਭਰਿਆ ਕੋਈ ਕਰਮ ਨਹੀਂ ਕਰਨਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੋ ਗਿਆਨਵਾਨ ਪੁਰਸ਼ ਹੈ ਨਾ, ਉਹ ਸੋਚੇਗਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਤੇ ਜਿਹੜਾ ਗਿਆਨ ਦੀ ਵਰਤੋਂ ਨਹੀਂ ਕਰਦਾ, ਉਹ ਕੰਮ ਕਰੀ ਜਾਂਦਾ ਹੈ, ਸੋਚਦਾ ਨਹੀਂ ਹੈ। ਲਿਖਿਆ ਹੈ ਸ਼ਰਾਬ ਤੇ ਪਿਸੇਦ ਵਾਸਤੇ ਹਾਨੀਕਾਰਕ ਹੈ, ਲੇਕਿਨ ਫਿਰ ਵੀ ਪੀਵੀ ਜਾ ਰਿਹਾ ਹੈ, ਲੀਵਰ ਖਰਾਬ ਹੋ ਗਿਆ, ਹੁਣ ਮੌਤ ਦੇ ਕਿਨਾਰੇ ਤੇ ਹੈ, ਤੇ ਕੋਈ ਉਹਦੇ ਤੋਂ ਪੁੱਛਦਾ ਪਿਆ ਵੀ ਸਜਣਾ ਹੁਣ ਤੂੰ ਖਤਮ ਹੋ ਜਾਣਾ ਹੈ ਤੇ ਤੇਰੀ ਅੰਤਮ ਇੱਛਾ ਕੀ ਹੈ, ਤੇ ਫਿਰ ਮੰਗ ਰਿਹਾ ਹੈ ਅੰਤਮ ਇੱਛਾ ਇਹ ਵੀ ਰੱਬ ਜੇ ਅਗਲਾ ਜਨਮ ਦਵੇ ਨਾ ਤੇ ਮੈਂ ਰੱਬ ਨੂੰ ਇੱਕ ਬੇਨਤੀ ਕਰਾਂਗਾ ਵੀ ਦੰਦ ਭਾਵੇਂ ਇੱਕ ਦੇ ਦੀ, ਲੀਵਰ 32 ਦਵੀਂ। ਵੀ ਸ਼ਰਾਬ ਪੀ ਪੀ ਕੇ ਲੀਵਰ ਨਾ ਖਰਾਬ ਹੋਣ, ਉਹ 32 ਹੋਣ ਜੇ ਇੱਕ ਇੱਕ ਕਰਕੇ ਖਰਾਬ ਵੀ ਹੋਣਗੇ। ਗਿਆਨ ਅਨੁਸਾਰ ਨਹੀਂ ਨਾ ਜ਼ਿੰਦਗੀ। ਤਾਂ ਗਿਆਨਵਾਨ ਜਿਹੜਾ ਇਨਸਾਨ ਹੈ, ਉਹ ਸੋਚੇਗਾ ਕਿ ਮੈਂ ਕਰ ਕੀ ਰਿਹਾ, ਇਹਦਾ ਰਿਜ਼ਲਟ ਕੀ ਨਿਕਲ ਰਿਹਾ। ਉਹ ਲਾਈ ਲੱਗ ਨਹੀਂ ਹੁੰਦਾ, ਉਹ ਪਿਛਲੱਗ ਨਹੀਂ ਹੁੰਦਾ। ਤੇ ਗੁਰੂ ਨੇ ਹਰ ਸਿੱਖ ਨੂੰ ਗਿਆਨਵਾਨ ਬਣਾਇਆ। ਜਿਵੇਂ ਅਸੀਂ ਕੱਲ ਕਹਿ ਰਹੇ ਸੀ ਨਾ ਕਲਾਸ ਵਿੱਚ, ਬਹੁਤ ਚੰਗਾ ਲੱਗਾ ਤੁਹਾਡੇ ਤੋਂ ਇਹ ਸੁਣ ਕੇ ਕਿ ਅਸੀਂ ਆਪਣਾ ਦਿਮਾਗ ਜਿਹੜਾ ਹੈ ਗੁਰਮਤਿ ਅਨੁਸਾਰ ਵਰਤਣਾ ਆ ਗਿਆ ਸਾਨੂੰ। ਅਸੀਂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ, ਸਾਨੂੰ ਸਮਝ ਆ ਗਈ ਹੈ। ਗੁਰਬਾਣੀ ਅਨੁਸਾਰ ਅਸੀਂ ਪਰਖਣਾ ਹੈ ਕਿ ਸੱਚ ਹੈ ਔਰ ਕੀ ਗਲਤ ਹੈ। ਗਲਤ ਨੂੰ ਛੱਡ ਦੇਣਾ, ਸੱਚ ਨੂੰ ਅਪਣਾ ਲੈਣਾ। ਤੇ ਗੁਰੂ ਦੇ ਭਾਏ ਦੇ ਵਿੱਚ, ਗੁਰੂ ਦੇ ਪ੍ਰੇਮ ਦੇ ਅੰਦਰ ਅਸੀਂ ਚੱਲਦੇ ਹਾਂ। ਹੁਣ ਕਿੱਥੋਂ ਆਏ ਹੋ ਤੇ ਕਿੱਧਰ ਜਾਂਦੇ ਹੋ? ਗੁਰੂ ਜੀ ਇਹਦਾ ਉੱਤਰ ਦੇ ਰਹੇ ਨੇ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜ਼ਾਏ। ਹੁਣ ਇੱਥੇ ਤਿੰਨ ਚੀਜ਼ਾਂ ਕਹੀਆਂ ਜਾ ਰਹੀਆਂ ਨੇ, ਸਹਿਜ, ਹੁਕਮ ਔਰ ਰਜ਼ਾ। ਤੇ ਇਹਨਾਂ ਤਿੰਨਾਂ ਦਾ ਮੀਨਿੰਗ ਇੱਕੋ ਹੀ ਹੈ। ਇੱਥੇ ਸਹਿਜ ਦਾ ਮੀਨਿੰਗ ਵੀ ਹੁਕਮ ਹੈ। ਸਹਿਜੇ ਆਏ, ਗੁਰੂ ਜੀ ਕਹਿੰਦੇ ਨੇ ਅਸੀਂ ਹੁਕਮ ਵਿੱਚ ਆਏ ਹਾਂ। ਹੁਕਮ ਸਿਧਾਏ, ਤੇ ਹੁਕਮ ਦੇ ਵਿੱਚ ਹੀ ਤੁਰੇ ਫਿਰ ਰਹੇ ਹਾਂ। ਨਾਨਕ ਸਦਾ ਰਜ਼ਾਏ, ਤੇ ਹੁਕਮ ਦੇ ਅੰਦਰ ਹੀ ਜ਼ਿੰਦਗੀ ਜੀ ਰਹੇ ਹਾਂ। ਹੁਕਮ ਵਿੱਚ ਹੀ ਆਏ ਹਾਂ, ਹੁਕਮ ਵਿੱਚ ਜਾ ਰਹੇ ਹਾਂ, ਹੁਕਮ ਦੇ ਅੰਦਰ ਜ਼ਿੰਦਗੀ ਜੀ ਰਹੇ ਹਾਂ, ਸਦਾ ਹੁਕਮ ਵਿੱਚ ਹੀ ਹਾਂ। ਹੁਣ ਦੇਖੋ, ਸਹਿਜੇ ਆਏ, ਇਹ ਗੱਲ ਸਾਰਿਆਂ ਤੇ ਢੁਕਦੀ ਹੈ ਨਾ ਕਿ ਅਸੀਂ ਇੱਕ ਸਿਸਟਮ ਰਾਹੀਂ ਪੈਦਾ ਹੋਏ ਹਾਂ ਸਾਰੇ। ਮੈਂ ਵੀ, ਤੁਸੀਂ ਵੀ, ਹੋਰ ਵੀ ਸਾਰੇ ਲੋਕ ਸਿਸਟਮ ਵਿੱਚ ਪੈਦਾ ਹੋਏ ਨੇ, ਤੇ ਉਸੇ ਸਿਸਟਮ ਦੇ ਅੰਦਰ ਅਸੀਂ ਸਾਰੇ ਜ਼ਿੰਦਗੀ ਜੀ ਰਹੇ ਹਾਂ, ਤੇ ਉਸ ਸਿਸਟਮ ਦੇ ਅੰਦਰ ਹੀ ਅਸੀਂ ਮਰ ਜਾਣਾ ਹੈ। ਸਾਰਾ ਕੁਝ ਹੁਕਮ ਵਿੱਚ ਚੱਲ ਰਿਹਾ ਨਾ। ਤਾਂ ਗੁਰੂ ਜੀ ਉਹਨਾਂ ਨੂੰ ਕਹਿ ਰਹੇ ਨੇ ਵੀ ਹੁਕਮ ਵਿੱਚ ਹੀ ਅਸੀਂ ਆਏ ਹਾਂ, ਹੁਕਮ ਵਿੱਚ ਹੀ ਜਾਣਾ ਹੈ, ਹੁਕਮ ਦੇ ਅੰਦਰ ਹੀ ਅਸੀਂ ਜ਼ਿੰਦਗੀ ਜੀਂਦੇ ਹਾਂ। ਭਾਵ ਕਿ ਅਸੀਂ ਰੱਬੀ ਰਜ਼ਾ ਨੂੰ ਮੰਨਣ ਵਾਲੇ ਹਾਂ, ਹੁਕਮ ਵਿੱਚ ਜ਼ਿੰਦਗੀ ਜੀ ਰਹੇ ਹਾਂ। ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ। ਇਸ ਲਈ ਮੈਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਕਿਆ ਭਵੀਐ, ਮੈਨੂੰ ਭੌਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਕਿ ਮੈਨੂੰ ਪਤਾ ਹੈ ਸਮਾਧੀਆਂ ਲਾਉਣ ਨਾਲ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜੰਗਲਾਂ ਵਿੱਚ ਫਿਰਨ ਦੇ ਨਾਲ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਹੁਕਮ ਔਰ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ। ਅਗਲੀ ਵਿਚਾਰ ਆਪਾਂ ਕੱਲ ਦੇ ਕਲਾਸ ਦੇ ਵਿੱਚ ਕਰਾਂਗੇ। ਅੱਜ ਜੋ ਅਸੀਂ ਵਿਚਾਰ ਕੀਤੀ ਹੈ, ਐਨਿਕ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਹੋਣ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦਾ ਹੈ। ਜੋ ਅੱਜ ਵਿਚਾਰ ਹੋਈ ਹੈ, ਇਸ ਵਿਚਾਰ ਮੁਤਾਬਕ, ਤੇ ਜੇ ਕਿਉਂਕਿ ਜੇ ਆਪਾਂ ਇਸ ਵਿਚਾਰ ਦੇ ਅੰਦਰ ਰਹਿ ਕੇ ਵਿਚਾਰ ਕਰਾਂਗੇ ਨਾ,
ਜੋ ਅੱਜ ਵਿਚਾਰ ਕੀਤੀ ਇਹਦੇ ਵਿੱਚ ਰਹਿ ਕੇ ਜੇ ਅਸੀਂ ਸਵਾਲ ਕਰਾਂਗੇ ਜਾਂ ਇਹਦੇ ਮੁਤਾਬਕ ਅਸੀਂ ਆਪਣੇ ਵਿਊਜ਼ ਦਵਾਂਗੇ ਤਾਂ ਇਹ ਗੱਲਾਂ ਸਾਡੀ ਸਮਝ ਵਿੱਚ ਹੋਰ ਚੰਗੀ ਤਰ੍ਹਾਂ ਪੱਕੀਆਂ ਬਹਿ ਜਾਣਗੀਆਂ। ਤੇ ਜੇ ਸਾਡੇ ਸਵਾਲ ਕਿਤੇ ਹੋਰ ਪਾਸੇ ਚਲੇ ਜਾਣ ਤੇ ਇਹ ਚੀਜ਼ਾਂ ਫਿਰ ਸਾਨੂੰ ਭੁੱਲ ਜਾਂਦੀਆਂ ਨੇ ਜਾਂ ਅਸੀਂ ਲਾਂਭੇ ਚਲੇ ਜਾਂਦੇ ਹਾਂ। ਇਸ ਲਈ ਟਰਾਈ ਕਰਿਆ ਕਰੋ ਕਿ ਜੋ ਵਿਚਾਰ ਕੀਤੀ ਗਈ ਹੈ ਉਹਦੇ ਮੁਤਾਬਕ ਅਸੀਂ ਸਵਾਲ ਔਰ ਆਪਣੇ ਜਿਹੜੇ ਨੇ ਵਿਊਜ਼ ਦਵੀਏ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਕਥਾ ਆਪ ਸਾਰਿਆਂ ਨੇ ਸੁਣ ਲਈ ਹੈ ਜੀ, ਪਹਿਲਾ ਦਿਨ ਆ ਤੇ ਸਿੱਧ ਗੋਸ਼ਟ ਦਾ, ਤੇ ਬੜੀ ਅਗੰਮੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ। ਤੇ ਜਿੰਨੀ ਵੀ ਉਹਦੀ ਵਿਆਖਿਆ ਹੋਈ ਹੈ ਹੁਣ ਤਾਂ ਜੇ ਉਹਦੇ ਵਿੱਚ ਕਿਸੇ ਨੇ ਕੋਈ ਸਵਾਲ ਪੁੱਛਣਾ ਤਾਂ ਅਨਮਿਊਟ ਹੋ ਜਾਓ। ਸਾਡੇ ਨਾਲ 2 ਜਣੇ ਅਨਮਿਊਟ ਹੋਏ ਆ ਜੀ। ਤੇ ਸਭ ਤੋਂ ਪਹਿਲਾਂ ਮੈਂ ਸੁਰਿੰਦਰ ਕੌਰ 2 ਦੇ ਕੋਲ ਆਊਂਗਾ ਤੇ ਉਹਦੇ ਬਾਅਦ ਸਤਵੰਤ ਕੌਰ। ਹਾਂਜੀ ਸੁਰਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਹਿੰਦੇ ਪੁੱਛਣਾ ਸੀ ਕਿ ਸਿੱਧ ਤੇ ਯੋਗੀ ਇੱਕੋ ਹੀ ਚੀਜ਼ ਨੇ? ਹਾਂ ਭੈਣ, ਯੋਗੀ ਉਹਨੂੰ ਕਹਿੰਦੇ ਨੇ ਜਿਹੜਾ ਯੋਗ ਸਾਧਨਾ ਵਿੱਚ ਲੱਗਾ ਹੋਇਆ ਸਿੱਖ ਰਿਹਾ, ਤੇ ਸਿੱਧ ਕਹਿੰਦੇ ਨੇ ਜਿਹਨੇ ਉਸ ਯੋਗ ਸਾਧਨਾ ਨੂੰ ਕੰਪਲੀਟ ਕਰ ਲਿਆ, ਜਿਹੜਾ ਮਾਸਟਰ ਹੋ ਗਿਆ। ਜਿਵੇਂ ਇੱਕ ਬੱਚਾ ਪੜ੍ਹ ਰਿਹਾ ਹੈ ਉਹ ਸਟੂਡੈਂਟ ਹੋ ਗਿਆ, ਤੇ ਦੂਜਾ ਜਿਹੜਾ ਹੈਗਾ ਉਹਨੇ PhD ਕਰ ਲਈ ਹੈ। ਸਿੱਧ ਦਾ ਮਤਲਬ ਉਹਨੇ ਆਪਣਾ ਮੁਕੰਮਲ ਕਰ ਲਿਆ, ਉੱਗਿਆ ਹੋਇਆ ਯੋਗੀ। ਓਕੇ, ਹਾਂਜੀ। ਇਸੇ ਕਰਕੇ ਫਿਰ ਉਹ ਪਹਿਲਾਂ ਵੀ ਆਪਾਂ ਜਿੱਦਾਂ ਗੁਰਬਾਣੀ ਦੇ ਵਿੱਚ ਪੜ੍ਹਿਆ ਸਿੱਧ ਜਤੀ ਯੋਗੀ, ਤੋਂ ਮਤਲਬ ਉਹ ਡਿਫਰੈਂਟ ਨਹੀਂ, ਇੱਕੋ ਹੀ ਸਿੱਧ ਤੇ ਯੋਗੀ ਜਿੱਦਾਂ ਤੁਸੀਂ ਐਕਸਪਲੇਨ ਕੀਤਾ। ਸਿੱਧ ਤੇ ਯੋਗੀ ਦਾ ਮਤਲਬ ਸਿੱਧ ਯੋਗੀ ਦਾ ਮਤਲਬ ਇੱਕ ਤਾਂ ਯੋਗੀ ਜਿਹੜੇ ਯੋਗ ਸਾਧਨਾ ਵਿੱਚ ਹਾਲੇ ਲੱਗੇ ਹੋਏ ਨੇ ਉਹ ਵੀ, ਔਰ ਸਿੱਧ ਦਾ ਮਤਲਬ ਜਿਨ੍ਹਾਂ ਨੇ ਯੋਗ ਸਾਧਨਾ ਵਿੱਚ ਆਪਣਾ ਪੂਰਾ ਮੁਕੰਮਲ ਗਿਆਨ ਹਾਸਲ ਕਰ ਲਿਆ ਉਹ ਵੀ। ਹਾਂਜੀ, ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ। ਤੇ ਸਤਵੰਤ ਕੌਰ ਜੀ ਤੁਸੀਂ ਆਪਣਾ ਕੁਐਸਚਨ ਕਰੋ ਤੇ ਉਹਦੇ ਨਾਲ ਸਾਡੇ ਕੋਈ ਆਈਪੈਡ ਤੇ ਹੈਗੇ ਜੀ, ਉਹ ਆਪਣਾ ਨਾਮ ਦੱਸ ਦੋਗੇ। ਮੈਨੂੰ ਪਤਾ ਨਹੀਂ, ਇੱਥੇ ਨਾਂ ਨਹੀਂ ਆਇਆ। ਤੇ ਪਹਿਲਾਂ ਸਤਵੰਤ ਕੌਰ ਜੀ ਤੁਸੀਂ ਆਓ। ਹਾਂਜੀ ਹਾਂਜੀ, ਪਹਿਲਾਂ ਤਾਂ ਮੈਨੂੰ ਭਾਈ ਸਾਹਿਬ ਜੀ ਉਹ ਪੌੜੀ ਦਾ ਨੰਬਰ ਦੱਸ ਦਿਓ। ਭਾਈ ਗੁਰਦਾਸ ਜੀ ਦੀ ਪੌੜੀ ਜਿਹੜੀ ਹੈ ਦੀਵਾਲੀ ਕੇ ਰਾਤ ਦੀਵੇ ਬਾਲਣ, ਕੁਐਸਚਨ 1, ਤੇ ਉਹਦਾ ਹੀ ਹਿੱਸਾ ਹੈ ਕਿ ਅਸੀਂ ਕਿਸ ਤਰ੍ਹਾਂ ਰਾਗੀਆਂ ਨੂੰ ਅਪੀਲ ਕਰ ਸਕਦੇ ਹਾਂ। ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਸੁਣਦੀ ਹਾਂ ਰਾਗੀ ਪੜ੍ਹਦੇ ਦੀਵਾਲੀ ਕੀ ਰਾਤ ਦੀਵੇ ਬਾਲਣ, ਉਹ ਅਸਲੀ ਜਿਹੜਾ ਅਰਥ ਹੈ ਉਸ ਸ਼ਬਦ ਦਾ ਉਹ ਸਾਰੇ ਚੁੱਕ ਜਾਂਦੇ ਨੇ। ਬੜੇ ਖੁਸ਼ ਹੋ ਕੇ ਨੱਚ ਕੇ ਲੋਕ ਗਾਉਂਦੇ ਨੇ ਦੀਵਾਲੀ ਕੀ ਰਾਤ ਦੀਵੇ ਬਾਲਣ, ਤੇ ਮੇਰੇ ਵਰਗੇ ਉੱਠ ਕੇ ਚਲੇ ਜਾਂਦੇ ਨੇ। ਇੱਕ ਹੋਰ ਮੇਰੀ ਭੈਣ ਇੱਥੇ ਬੈਠੀ ਹੋਈ ਹੈ ਸਤਨਾਮ ਕੌਰ, ਅਸੀਂ ਬੜੇ ਅਪਸੈਟ ਹੁੰਦੇ ਹਾਂ ਜਦੋਂ ਏਦਾਂ ਸ਼ਬਦ ਪੜ੍ਹਦੇ। ਕਿਸ ਤਰ੍ਹਾਂ ਰਾਗੀਆਂ ਨੂੰ ਦੱਸਿਆ ਜਾਵੇ ਕਿ ਤੁਸੀਂ ਟੇਕ ਲਵੋ ਆਖਰੀ ਸ਼ਬਦ ਦੀ ਆਖਰੀ ਲਾਈਨ ਦੀ। ਦੀਵਾਲੀ ਕੀ ਰਾਤ ਦੀ ਬਾਲੀਅਨ ਪੈਨ ਮੈਂ ਨਾ ਕਰਕੇ ਆਪਣਾ ਇਹਦੀ ਫੋਟੋ ਸਟੇਟ ਮੈਂ ਗਰੁੱਪ ਵਿੱਚ ਪਾ ਦੇਵਾਂਗਾ ਸਾਰੀ ਵਾਰ ਦੀ। ਚੰਗਾ ਜੀ। ਤੇ ਉਹਦੇ ਵਿੱਚ ਪੌੜੀ ਨੰਬਰ ਵੀ ਸਾਰਾ ਮੈਂ ਗਰੁੱਪ ਵਿੱਚ ਪਾ ਦੇਣਾ ਥੋੜੀ। ਅੱਛਾ ਜੀ। ਤੇ ਰਾਗੀ ਸਿੰਘਾਂ ਨੂੰ ਜਿਹੜੀ ਤੁਸੀਂ ਬੇਨਤੀ ਕੀਤੀ ਉਹ ਤਾਂ ਅਸੀਂ ਜਿਸ ਵੀਰ ਭਰਾ ਨੂੰ ਮਿਲਦੇ ਹਾਂ ਉਹਨਾਂ ਨੂੰ ਪਿਆਰ ਦੇ ਨਾਲ ਸਾਨੂੰ ਬੇਨਤੀ ਅਸੀਂ ਕਰ ਸਕਦੇ ਹਾਂ ਵੀਰ ਜੀ ਵੀ ਜੇ ਤੁਸੀਂ ਐਵੇਂ ਦੀ ਬਜਾਏ ਐਵੇਂ ਕਰ ਲਓ ਤਾਂ ਉਹਦਾ ਬੈਨੀਫਿਟ ਸਾਨੂੰ ਜ਼ਿਆਦਾ ਹੋ ਸਕਦਾ ਹੈ। ਤੇ ਇਸ ਤਰ੍ਹਾਂ ਕਈ ਵਾਰ ਭੁਲੇਖਾ ਪੈਦਾ ਹੁੰਦਾ ਤਾਂ ਇਸ ਤਰ੍ਹਾਂ ਪਿਆਰ ਦੇ ਨਾਲ, ਹੈ ਨਾ, ਤੇ ਬੇਨਤੀ ਦੱਸ ਸਕਦੀ ਕਿਉਂਕਿ ਰਾਗੀ ਸਿੰਘ ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹਾਂ, ਇੱਕ ਦੂਜੇ ਨੂੰ ਅਸੀਂ ਬੇਨਤੀ ਕਰ ਸਕਦੇ। ਅਸੀਂ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਲੱਗਦਾ ਕਿ ਉਹ ਸਭ ਕੁਝ ਠੀਕ ਕਰ ਰਹੇ, ਫਿਰ ਉਹ ਥੋੜੇ ਗਰਮ ਹੋ ਜਾਂਦੇ ਨੇ, ਫਿਰ ਅਸੀਂ ਪਿੱਛੇ ਹਟ ਜਾਂਦੇ ਹਾਂ। ਕਿਉਂਕਿ ਚਲੋ ਕੋਈ ਨਾ, ਤੁਸੀਂ ਵੀ ਜੇ ਪੁੱਛੋ ਤੇ ਪਿਆਰ ਨਾਲ, ਤੇ ਜੇ ਉਹ ਗਰਮ ਹੋ ਜਾਣ ਤੇ ਤੁਸੀਂ ਆਪਣਾ ਪੇਸ਼ੈਂਸ ਬਣਾ ਕੇ ਰੱਖਣਾ, ਕਿਉਂਕਿ ਇਹ ਸਾਡੀ ਹੀ ਹੈ। ਅਸੀਂ ਕਹਿੰਦੇ ਅਸੀਂ ਹੋਰ ਗੱਲ ਨਹੀਂ ਕਰਨੀ, ਅਸੀਂ ਹੱਥ ਜੋੜ ਕੇ ਆਪਣੀ ਬੇਨਤੀ ਕਰ ਦਿੱਤੀ। ਹਾਂਜੀ ਹਾਂਜੀ ਹਾਂਜੀ। ਸ਼ਬਦ ਦਾ ਅਸਲੀ ਅਰਥ ਹੈ ਲਾਸਟ ਤੁਕ, ਨਾਟ ਦਾ ਫਸਟ ਤੁਕ। ਪਰ ਉਹ ਪਤਾ ਨਹੀਂ ਸਦੀਆਂ ਤੋਂ ਗਾਉਂਦੇ ਆਏ ਨੇ, ਉਹਨਾਂ ਨੂੰ ਜ਼ਿਆਦਾ ਚੜਾਵਾ ਚੜਦਾ ਉਹ ਗਾਉਣ ਨਾਲ, ਸੋ I can't say anything. ਹਾਂ ਬਸ ਕਈ ਕੁਛ ਹੈਗਾ ਵੀ ਉਹ ਰਾਗੀ ਵੀਰ ਜਿਹੜੇ ਨੇ ਨਾ, ਖਾਸ ਕਰਕੇ ਜ਼ਿਆਦਾ ਜਿਹੜੇ ਵੀਰ ਨੇ, ਸਾਰੇ ਨਹੀਂ, ਕਿਉਂਕਿ ਉਹਨਾਂ ਨੇ ਜ਼ਿਆਦਾ ਪ੍ਰੈਕਟਿਸ ਉਹਨਾਂ ਨੇ ਕਰਨੀ ਹੁੰਦੀ ਰਾਗ ਗਾਇਨ ਕਰਨ ਦੀ ਨਾ। ਰਾਗਾਂ ਵਾਸਤੇ ਹੁਣ 5-4 ਸਾਲ ਲਗਾਣੇ ਤੇ ਮਿਹਨਤ ਕਰਨੀ ਪੈਂਦੀ ਕਾਫੀ ਸਾਰੀ, ਤੇ ਉਹ ਥੋੜਾ ਸਿੱਖ ਫਿਲੋਸਫੀ ਜਾਂ ਅਰਥ ਭਾਵ ਪੜ੍ਹਨ ਦਾ ਉਹਨਾਂ ਨੂੰ ਸਮਾਂ ਘੱਟ ਮਿਲਦਾ। ਇਹ ਵੀ ਪ੍ਰੋਬਲਮ ਹੈਗੀ। ਹਾਂਜੀ, ਇਹ ਵੀ ਪ੍ਰੋਬਲਮ ਹੈ।
ਰੁਚੀ ਬਾਣੀ ਅਰਥ ਵੱਲ ਘੱਟ ਹੈ ਕਿ ਬਾਕੀ ਇਹਦੇ ਬਾਰੇ ਆਪਣੇ ਰਾਗ ਵੱਲ ਜ਼ਿਆਦਾ ਭਾਈ ਸਾਹਿਬ ਗਗਨਦੀਪ ਸਿੰਘ ਜੀ ਜ਼ਿਆਦਾ ਦੱਸ ਸਕਦੇ ਨੇ, ਕਿਉਂਕਿ ਉਹ ਇਹ ਕੀਰਤਨ ਵਿੱਚ ਵਿਚਰ ਰਹੇ ਨੇ। ਇਹਨਾਂ ਕੋਲ ਵੀ ਆ ਜਾਂਦੇ ਆ ਜੀ ਥੋੜੇ ਚਿਰ ਤਾਈਂ। ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਵੀ ਇਹ ਜਿਹੜਾ ਸ਼ਬਦ ਆ, ਇਹ ਹਰਿਮੰਦਰ ਸਾਹਿਬ ਦੇ ਵਿੱਚੋਂ, ਦਰਬਾਰ ਸਾਹਿਬ ਦੇ ਵਿੱਚੋਂ ਵੀ ਜਿਹੜੇ ਨਾਮੀ ਰਾਗੀ ਹੈਗੇ ਆ, ਉਹ ਵੀ ਇਹਨੂੰ ਸਥਾਈ ਬਣਾ ਕੇ ਗਾਉਂਦੇ ਆ। ਜੇ ਉੱਥੋਂ ਉਹਨਾਂ ਨੂੰ ਕੋਈ ਟੋਕਦਾ ਨਹੀਂ ਹੈਗਾ ਤਾਂ ਬਾਕੀ ਤਾਂ ਖੁੱਲਾ ਮੈਦਾਨ ਆ ਸਾਰਿਆਂ ਵਾਸਤੇ, ਠੀਕ ਹੈ ਨਾ ਜੀ? ਠੀਕ ਹੈ ਜੀ। ਸੋ ਉੱਥੋਂ ਜਿਹੜੀ ਕਹਿ ਲਓ ਲਾਗੂ ਹੋਣੀ ਚੀਜ਼, ਉਹ ਉੱਥੇ ਨਹੀਂ ਲਾਗੂ ਕਰ ਰਹੇ। ਤੇ ਬਾਕੀ ਆਮ ਗੁਰਦੁਆਰਿਆਂ ਦੇ ਵਿੱਚ, ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ, ਉਹ ਤਾਂ ਜਿੱਦਾਂ ਜਿੱਦਾਂ ਕਿਸੇ ਦੀ ਸਮਝ ਆ ਉਹਨਾਂ ਨੂੰ ਵਰਤਣੀ ਆ। ਤੇ ਬਾਕੀ ਆਪਣੇ ਕੈਨੇਡਾ ਇੱਕ ਵਾਰੀ ਇੱਕ ਵੀਰ ਜੀ ਮਿਲੇ ਸੀ ਰਾਗੀ ਸਾਹਿਬਾਨ ਜੀ, ਤੇ ਉਹ ਕੀਰਤਨ ਕਰਦੇ ਸੀ। ਉਹ ਸਿਰਫ ਰਹਾਉ ਵਾਲੀਆਂ ਪੰਕਤੀਆਂ ਨੂੰ ਹੀ ਉਹ ਬਣਾਉਂਦੇ ਸੀ ਆਪਣਾ ਅਸਥਾਈ। ਤੇ ਉਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਕਹਿੰਦੇ ਮੈਂ ਪੜਿਆ, ਤੇ ਉਹ ਰਹਾਉ ਵਾਲੀਆਂ ਪੰਕਤੀਆਂ ਨੂੰ ਹੀ ਬਣਾਉਂਦੇ ਸੀ। ਆਲਮੋਸਟ ਕੀ ਬਣਾਉਂਦੇ ਹੀ ਉਹਨਾਂ ਨੂੰ ਸੀ। ਠੀਕ ਹੈ ਜੀ। ਸਾਡੇ ਨਾਲ ਕਈ ਅਨਮਿਊਟ ਹੋਏ ਜੀ, ਤੁਸੀਂ ਵੇਟ ਕਰਿਓ ਆਪਣੀ। ਤੇ ਮੈਂ ਭੈਣ ਆਈਪੈਡ ਤੇ ਆ, ਮੇਰਾ ਖਿਆਲ ਸਤਨਾਮ ਕੌਰ ਹੈ ਜੀ ਤੁਸੀਂ? ਹਾਂਜੀ ਹਾਂਜੀ ਹਾਂਜੀ, ਕਰੋ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਪਹਿਲੇ ਤਾਂ ਮੈਂ ਜਿਹੜਾ ਚੱਲ ਰਿਹਾ ਟੌਪਿਕ ਜਿਸ ਤੇ ਕਹਿ ਰਹੇ ਕਿ ਅਸੀਂ ਆਪਣੇ ਭਾਈ ਸਾਹਿਬ ਨੂੰ ਕਈ ਵਾਰ ਕਹਿੰਦੇ ਹਾਂ, ਭਾਈ ਸਾਹਿਬ ਤੁਸੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਨਹੀਂ ਪੜਿਆ ਕਰੋ, ਆਪਣੇ ਰਾਹ ਦੇ ਤੁਕ ਤੇ ਆਓ। ਤਾਂ ਭਾਈ ਸਾਹਿਬ ਕਹਿੰਦੇ ਕਿ ਸੰਗਤ ਫਰਮਾਇਸ਼ ਕਰਦੀ ਹੈ। ਪਰ ਮੇਰਾ ਮੇਨ ਕੁਐਸਚਨ ਹੈ ਕਿ ਗੁਰੂ ਸਾਹਿਬ ਨੇ ਇਹ ਬਾਣੀ ਸਿੱਧ ਗੋਸ਼ਟ ਆਪਣੀ ਉਮਰ ਦੇ ਕਿਹੜੇ ਪੜਾਅ ਤੇ ਲਿਖੀ ਸੀ? ਇਹਦੇ ਵਾਸਤੇ ਪੈਨ ਦੋ ਵਿਚਾਰਾਂ ਨੇ ਵੀ ਇਹ ਜਿਹੜੀ ਗੁਰਬਾਣੀ ਹੈ ਗੁਰੂ ਸਾਹਿਬ ਨੇ, ਆਮ ਜਿਹੜੇ ਵਿਦਵਾਨ ਨੇ ਉਹਨਾਂ ਦੀ ਮੱਤ ਹੈ ਕਿ ਇਹ ਕਰਤਾਰਪੁਰ ਦੇ ਵਿੱਚ ਜਿਹੜੇ ਜ਼ਿੰਦਗੀ ਦੇ ਲਾਸਟ ਪੜਾਅ ਦੇ ਵਿੱਚ ਹੀ ਲਿਖੀ ਹੈ। ਇਹ ਬਹੁਤੇ ਵਿਦਵਾਨਾਂ ਦਾ ਇਹ ਮੱਤ ਹੈ ਕਿ ਜੋ ਵਿਚਾਰ ਗੋਸ਼ਟੀਆਂ ਹੋਈਆਂ ਉਹਨਾਂ ਨੂੰ ਗੁਰਦੇਵ ਪਾਤਸ਼ਾਹ ਜੀ ਨੇ ਕਲਮਬੰਦ ਕਰਤਾ ਕਾਵਿ ਰੂਪ ਦੇ ਵਿੱਚ। ਪਰ ਗੁਰੂ ਸਾਹਿਬ ਨੂੰ ਪਹਿਲੇ ਗੋਸ਼ਟਾਂ ਜਿਹੜੀਆਂ ਨੇ ਸੁਮੇਰ ਪਰਬਤ ਤੇ ਵੀ ਹੋਈ ਹੈ, ਜਾਂ ਅਚਲ ਬਟਾਲੇ ਵਿੱਚ ਹੋਈ ਹੈ, ਜਾਂ ਹੋਰ ਵੀ ਥਾਵਾਂ ਦੇ ਉੱਤੇ ਉਹਨਾਂ ਦੀਆਂ ਗੋਸ਼ਟੀਆਂ ਹੁੰਦੀਆਂ ਰਹੀਆਂ। ਹਾਂਜੀ, ਅਗਰ ਗੋਸ਼ਟੀਆਂ ਪਹਿਲੇ ਹੋਈਆਂ, ਗੁਰੂ ਸਾਹਿਬ ਨਾਲ ਪਹਿਲੇ ਵੀ ਗੋਸ਼ਟੀ ਹੋ ਚੁੱਕੀ ਸੀ। ਹਾਂਜੀ, ਗੁਰੂ ਸਾਹਿਬ ਨਾਲ ਪਹਿਲੇ ਵੀ ਸਿੱਧਾਂ ਦੀ ਗੋਸ਼ਟੀ ਹੋ ਚੁੱਕੀ ਸੀ ਨਾ, ਇਸ ਸਿੱਧ ਗੋਸ਼ਟ ਤੋਂ ਪਹਿਲਾਂ ਕਿ ਨਹੀਂ? ਇਹ ਪਹਿਲੀ ਗੋਸ਼ਟੀ ਸੀ ਗੁਰੂ ਸਾਹਿਬ ਨਾਲ। ਭੈਣ ਮੈਂ ਸਵਾਲ ਸਮਝਣ ਥੋੜਾ ਜਿਹਾ ਬੋਲੋਗੇ ਦੁਬਾਰਾ? ਸਿੱਧਾਂ ਦੇ ਨਾਲ ਗੁਰੂ ਸਾਹਿਬ ਦੀ ਪਹਿਲੇ ਗੋਸ਼ਟੀ ਸੀ, ਕਿਸ ਤੋਂ ਪਹਿਲੇ ਉਹ ਗੁਰੂ ਸਾਹਿਬ ਨੂੰ ਮਿਲ ਚੁੱਕੇ ਸੀ? ਨਹੀਂ, ਜਦੋਂ ਵੀ ਉਹ ਮਿਲਦੇ ਰਹੇ ਨਾ ਉਦੋਂ ਹੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਰਿਹਾ। ਮਤਲਬ ਇਹ ਨਹੀਂ ਕਿ ਇੱਕ ਵੀ ਨਹੀਂ, ਜਦੋਂ ਵੀ ਮਿਲਦੇ ਸੀ ਕੋਈ ਵੀ ਉਦੋਂ ਹੀ ਵਿਚਾਰ ਵਟਾਂਦਰਾ ਤਾਂ ਹੁੰਦਾ ਹੀ ਸੀ। ਲੇਕਿਨ ਜਿਹੜੀਆਂ ਮੇਨ ਗੋਸ਼ਟੀਆਂ ਨੇ ਉਹ ਦੋ ਤਿੰਨ ਹੋਈਆਂ ਨੇ ਬਹੁਤ, ਜਿਹੜੇ ਜ਼ਿਆਦਾ ਸਨ। ਜਿਵੇਂ ਬਟਾਲੇ ਵਿੱਚ, ਕਿਉਂਕਿ ਉੱਥੇ ਸਿੱਧਾਂ ਦਾ ਕਾਫੀ ਵੱਡਾ ਇਕੱਠ ਸੀ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਜਾਈ, ਭਾਈ ਗੁਰਦਾਸ ਜੀ ਕਹਿੰਦੇ ਨਾ ਅਚਲ ਬਟਾਲੇ ਦੇ ਵਿੱਚ, ਇੱਥੇ ਕਾਫੀ ਯੋਗੀਆਂ ਦਾ ਉਹ ਸੀ। ਤੇ ਦੂਜਾ ਸੀ ਸੁਮੇਰ ਪਰਬਤ ਦੇ ਉੱਤੇ, ਉੱਥੇ ਕਾਫੀ ਸਾਰੇ ਯੋਗੀ ਸਨ। ਇਹ ਦੋ ਤਾਂ ਵੱਡੇ ਇਕੱਠ ਸੀ। ਤੇ ਬਾਕੀ ਜਦੋਂ ਵੀ ਕੋਈ ਦੋ ਮਤਾਂ ਵਾਲੇ ਲੋਕ ਮਿਲਦੇ ਨੇ ਤਾਂ ਉਹ ਆਪਣੇ ਵਿਚਾਰ ਰੱਖਦੇ ਨੇ। ਗੋਸ਼ਟੀਆਂ ਤਾਂ ਹੁੰਦੀਆਂ ਰਹੀਆਂ। ਗੋਸ਼ਟੀਆਂ ਦਾ ਮਤਲਬ ਸਵਾਲ ਜਵਾਬ ਹੁੰਦਾ ਹੈ। ਅੱਛਾ, ਦੂਸਰਾ ਕੁਐਸਚਨ ਹੈ, ਅਗਰ ਗੁਰੂ ਸਾਹਿਬ ਨੂੰ ਪਹਿਲੇ ਮਿਲ ਚੁੱਕੇ ਸੀ, ਫਿਰ ਉਹ ਇਹ ਕਿਉਂ ਕੁਐਸਚਨ ਪੁੱਛ ਰਹੇ ਹਨ, ਕਵਨ ਤੁਮੇ ਕਿਆ ਨਾਮ ਤੁਮਾਰਾ? ਉਹਦੇ ਵਿੱਚ ਇਹ ਨਾ ਭੈਣ ਕਿ ਜਿਹੜੇ ਪਹਿਲਾਂ ਹੋ ਸਕਦਾ ਕਿ ਮੈਂ ਮਿਲਿਆ ਹੋਵਾਂ, ਤੁਸੀਂ ਮਿਲੇ ਹੋਵੋ। ਤੇ ਜਿਵੇਂ ਸੁਮੇਰ ਪਰਬਤ ਦੇ ਉੱਤੇ ਗਏ ਨੇ, ਤੇ ਉਹ ਤਾਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੀ ਨਹੀਂ ਸਨ। ਤਾਂ ਉਹਨਾਂ ਨੇ ਮਤਲਬ ਉਹ ਚੀਜ਼ ਲਿਖੀ। ਤਾਂ ਜਦੋਂ ਪਹਿਲੀ ਵਾਰੀ ਮਿਲੇ ਤਾਂ ਉਹਨਾਂ ਨੇ ਸਵਾਲ ਪੁੱਛਿਆ ਵੀ ਕਵਨ ਤੁਮੇ ਕਿਆ ਨਾਮ ਤੁਮਾਰਾ। ਤਾਂ ਉਹ ਪਹਿਲੀ ਵਾਰੀ ਜਦੋਂ ਮਿਲੇ, ਉਹਦੇ ਵਾਸਤੇ ਕਿਹਾ ਜਾ ਸਕਦਾ। ਜਦੋਂ ਦੁਬਾਰਾ, ਤਾਂ ਜਿਵੇਂ ਹੁਣ ਤੁਸੀਂ ਮੈਨੂੰ ਪਹਿਲੀ ਵਾਰੀ ਮਿਲੋਗੇ ਤਾਂ ਤੁਸੀਂ ਪਹਿਲੀ ਵਾਰੀ ਮੇਰੇ ਤੋਂ ਨਾਮ ਪੁੱਛ ਲਿਆ ਜਾਂ ਮੈਂ ਤੁਹਾਡੇ ਤੋਂ ਪੁੱਛ ਲਿਆ, ਹਨਾ। ਦੁਬਾਰਾ ਮਿਲਾਂਗੇ ਤੇ ਕੋਈ ਹੋਰ ਸਵਾਲ ਕਰੋਗੇ, ਲੇਕਿਨ ਉਹ ਪਹਿਲਾ ਜਿਹੜਾ ਸਵਾਲ ਹੈ ਉਹ ਤੁਹਾਡਾ ਫਿਰ ਉੱਥੇ ਹੀ ਰਹਿਣਾ ਕਿ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਸੀ, ਉਹ ਨਾਮ ਪੁੱਛਿਆ ਸੀ। ਪਹਿਲੀ ਵਾਰੀ ਜਦੋਂ ਮਿਲਦਾ ਨਾਮ ਪੁੱਛਦਾ ਹੀ ਬੰਦਾ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਜੇ ਤੁਹਾਡੇ ਕੋਲੇ ਦਾ ਕੋਈ ਹੋਰ ਉੱਤਰ ਹੈ ਤਾਂ ਤੁਸੀਂ ਉਹ ਦੱਸ ਸਕਦੇ ਹੋ, ਆਪਣੇ ਵਿਊਜ਼ ਦੇ ਸਕਦੇ ਹੋ। ਨਹੀਂ, ਮੈਂ ਹੋਰ ਕਿਸੇ ਦੇ ਅਰਥ ਸੁਣੇ ਸੀ ਤਾਂ ਉਹ ਕਹਿ ਰਹੇ ਇਹਨਾਂ ਨੇ ਹੋਰ ਕੁਝ ਅਰਥ ਕੱਢਿਆ ਸੀ ਇਸ ਲਾਈਨ ਦਾ ਨਾ। ਕੋਈ ਕਰਮਿੰਦਰ ਸਿੰਘ ਮਲੇਸ਼ੀਆ ਵਾਲੇ, ਮੈਂ ਉਹਨਾਂ ਦੀ ਥੋੜੀ ਜਿਹੀ ਸੁਣੀ ਸੀ। ਅੱਛਾ, ਕੋਈ ਅਰਥ ਹੋਰ ਕੀਤਾ ਹੋਵੇ ਉਹਦੇ ਬਾਰੇ ਪਤਾ ਨਹੀਂ। ਮੈਂ ਜਿਹੜੇ ਅਰਥ ਕਰ ਰਿਹਾ ਤੁਹਾਨੂੰ ਭਾਈ ਸਾਹਿਬ ਸਿੰਘ ਵਾਲੇ ਅਰਥ ਜਿਹੜੇ ਭਾਈ ਸਾਹਿਬ ਸਿੰਘ ਨੇ ਕੀਤੇ ਨੇ, ਮੈਂ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਸਰ। ਹੋ ਸਕਦਾ ਕਿਸੇ ਵੀਰ ਨੇ ਤੁਸੀਂ ਬਹੁਤ ਅੱਛਾ ਕਰ ਰਹੇ, ਤੁਸੀਂ ਇੱਕ ਵਰਡ ਦਰਜ ਦੱਸਦੇ ਹੋ ਨਾ, ਤੁਸੀਂ ਇਤਨਾ ਕਲੀਅਰ ਕਰ ਰਹੇ ਹੋ ਕਿ ਪੂਰੇ ਦਿਲ ਦਿਮਾਗ ਵਿੱਚ ਸਮਾ ਜਾਂਦਾ ਹੈ। ਤੁਹਾਡਾ ਤਰੀਕਾ ਸਿਖਾਉਣ ਦਾ ਬਹੁਤ ਹੀ ਵਧੀਆ ਹੈ। ਸ਼ੁਕਰ ਹੈ, ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤੇ ਕੌਮ ਦੀ ਸੇਵਾ ਕਰਦੇ ਰਹੋ। ਧੰਨਵਾਦ ਮੇਰੀ। ਧੰਨਵਾਦ ਜੀ, ਧੰਨਵਾਦ।
ਇੱਕ ਇੱਕ ਜਿਹੜੀ ਏਜ ਦੀ ਤੁਸੀਂ ਗੱਲ ਕਰਦੇ ਆ, ਹੋ ਸਕਦਾ ਜਿੱਦਾਂ ਉਹਨਾਂ ਨੂੰ ਬਾਲਾ ਕਿਹਾ ਗਿਆ ਤਾਂ ਇਹ ਹੋ ਸਕਦਾ ਅਰਲੀ ਏਜ ਦੇ ਵਿੱਚ ਕਿਹਾ ਹੋਊਗਾ, ਜੇ ਉਹਨਾਂ ਨੇ ਕਲੈਕਸ਼ਨ ਕੀਤੀ ਹੈ ਪਹਿਲਾਂ ਤਾਂ ਬਾਅਦ ਦੇ ਵਿੱਚ ਉਹਨਾਂ ਦੀ ਗੋਸ਼ਟੀ ਹੋਈ ਹੈ। ਐਸ ਇੱਕ ਲਾਈਨ ਦੇ ਵਿੱਚ ਆਇਆ ਸੀ, ਇਹਨਾਂ ਨੂੰ ਬਾਲਾ ਕਹਿ ਕੇ ਬੁਲਾਇਆ ਜਾਂਦਾ। ਬਾਲਾ ਤਾਂ ਛੋਟੇ ਬੱਚੇ ਨੂੰ, ਜਿੱਦਾਂ ਛੋਟੇ ਯੰਗਸਟਰ ਨੂੰ ਕਹਿ ਕੇ ਬੁਲਾਇਆ ਜਾਂਦਾ, ਹੋ ਸਕਦਾ ਅਰਲੀ ਏਜ ਦਾ ਹੋਊਗਾ ਜੀ ਉਹਨਾਂ ਦਾ, ਇਦਾਂ ਹੋ ਸਕਦੀ ਹੈ। ਹਾਂਜੀ, ਉਹਨਾਂ ਤੋਂ ਮਤਲਬ ਨਾ ਗੁਰੂ ਨਾਨਕ ਦੇਵ ਜੀ ਉਮਰ ਵਿੱਚ ਛੋਟੇ ਸੀ, ਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਉਦੋਂ ਉਮਰ 30-32 ਸਾਲ ਦੇ ਕਰੀਬ ਹੋਏਗੀ ਲਗਭਗ, ਲੇਕਿਨ ਉਹਨਾਂ ਦੀਆਂ ਉਮਰਾਂ ਜ਼ਿਆਦੀਆਂ ਸੀ। ਤੇ ਜਿਵੇਂ ਹੁਣ ਆਪਣੀ ਕਲਾਸ ਵਿੱਚ ਸਾਰਿਆਂ ਤੋਂ ਛੋਟੇ ਉਮਰ ਵਿੱਚ ਭਾਈ ਗਗਨਦੀਪ ਜੀ ਨੇ, ਤੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਹਾਂ ਵੀ ਕਾਕਾ ਨਾਮ ਕੀ ਹੈ ਤੇਰਾ, ਆ ਵੀ ਕਾਕਾ ਬੈਠ, ਤੇ ਜਦੋਂ ਕਾਕਾ ਬੈਠਦੇ ਫਿਰ ਕਵੀ ਕਾਕੇ ਨਾਮ ਕੀ ਤੇਰਾ, ਕਾਕੇ ਕਿੱਥੋਂ ਆਇਆ ਹੈ, ਤਾਂ ਐਵੇਂ ਉਹ ਉਮਰ ਦੇ ਲਿਹਾਜ਼ ਨਾਲ ਉਹਨਾਂ ਨੇ ਬਾਲਾ ਕਿਹਾ ਗੁਰੂ ਜੀ ਨੂੰ। ਤੇ ਸਾਰਿਆਂ ਨੇ ਜਿਨ੍ਹਾਂ ਨੇ ਹਿੱਸਾ ਲਿਆ ਅੱਜ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ ਜੀ, ਜੇ ਕਿਸੇ ਨੇ ਕਰਨਾ ਤਾਂ ਫਟਾਫਟ ਕਰ ਲਓ ਜੀ, ਨਹੀਂ ਤਾਂ ਆਪਾਂ ਸਮਾਪਤੀ ਕਰੀਏ, ਹੁਣ ਕਾਫੀ ਟਾਈਮ ਹੋ ਗਿਆ ਜੀ। ਤੇ ਆਪਾਂ ਕੱਲ ਨੂੰ ਫੇਰ ਆਵਾਂਗੇ ਜੀ ਵਾਪਸ ਮੁੜ ਕੇ ਇਸੇ ਟਾਈਮ ਤੇ 1 ਵਜੇ, ਤੇ ਇਹਦੀ ਸਿੱਧ ਗੋਸ਼ਟੀ ਗਾਹਾਂ ਦੀ ਜਿਹੜੀ 4 ਹੈਗੀ ਉਹ ਕਰਾਂਗੇ ਜੀ। ਉਸ ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।